सत श्री अकाल जी सारिਆਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਪਰਿਵਾਰਾਂ ਸਮੇਤ ਚੜ੍ਹਦੀ ਕਲਾ 'ਚ ਰਹੋ। ਰੇਡੀਓ ਪੰਜਾਬ ਵੱਲੋਂ ਰੇਡੀਓ ਸ਼ੇਰੇ ਪੰਜਾਬ ਵੱਲੋਂ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈਆਂ। ਆਓ ਫਿਰ ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:17 ਹੋਏ ਨੇ ਤੇ 4 ਨਵੰਬਰ ਹੈ ਵਰਾ 2021 ਦਾ ਵੀਰਵਾਰ ਹੈ। 19 ਕੱਤਕ ਨਾਨਕਸ਼ੇ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ ਜੀ। ਲਾਂਗੇ ਪੰਜਾਬ ਨੂੰ ਦੇਸ਼ ਪੰਜਾਬ ਦੇ ਝਰੋਖੇ ਚੋਂ ਗੱਲਬਾਤ ਕਰਨਗੇ ਸਰਦਾਰ ਨਵਕਿਰਨ ਸਿੰਘ ਪੱਤੀ। ਉਸ ਤੋਂ ਬਾਅਦ ਇੱਕ ਅੱਧੀ ਖਬਰ ਤੇ ਫਿਰ ਕੌਮ ਵੱਲੋਂ ਵਿੱਢੀ ਖੂਨਦਾਨ ਦੀ ਮੁਹਿੰਮ ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ ਦੇ ਵਲੰਟੀਅਰ ਆਉਣਗੇ ਤੇ ਗੱਲਬਾਤ ਦੱਸਣਗੇ ਕਿ ਕਿਸ ਤਰ੍ਹਾਂ ਕੈਂਪੇਨ ਮੁਹਿੰਮ ਚੱਲ ਰਹੀ ਹੈ। ਨਾਲ ਹੀ ਉਸ ਜ਼ਾਲਮ ਨੂੰ ਵੀ ਯਾਦ ਕਰਾਂਗੇ ਜਿਸ ਨੇ 37 ਵਰ੍ਹੇ ਪਹਿਲਾਂ ਮਾਸੂਮਾਂ ਤੇ ਜ਼ੁਲਮ ਕੀਤਾ। ਉਹ ਕਿਹੜੀ ਸੋਚ ਹੈ ਜਿਸ ਨੇ ਇਹ ਕਤਲ ਕੀਤੇ ਸੀ? ਉਹ ਸੋਚ ਕੀ ਖਤਮ ਹੋ ਗਈ ਜਾਂ ਸੋਚ ਚੱਲਦੀ ਹੈ? ਇਹਦਾ ਮੁਲਾਂਕਣ ਵੀ ਹੋਊ। 104-204-0600 ਔਨ-에ਅਰ ਨੰਬਰ ਹੈ 6042040600। ਉਸ ਤੋਂ ਬਾਅਦ ਵਟਸਐਪ ਤੇ ਟੈਕਸਟ ਲਈ ਮੇਰੇ ਨਾਲ 6047291224 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਕਿੱਕਰ ਦਾ ਸੱਕ ਉਬਲੇ ਤੇ ਜੜਾਂ ਮਜੀਠ ਦੀਆਂ, ਇੱਕ ਚੁਟਕੀ ਸੂਹੇ ਖਾਬ ਦੀ, ਨਿਤ ਸੁਪਨੇ ਪੀਠ ਦੀਆਂ, ਵਿੱਚ ਰੰਗਣ ਖੱਦਰ ਨੱਡੀਆਂ ਤੇ ਡੁੱਲ ਡੁੱਲ ਪੈਂਦਾ ਚਾਵੇ ਅੱਕ ਦੇ ਕੂਲੇ ਫੰਬਿਆ ਕਿਤੋਂ ਉੱਡਦਾ ਆ ਅੱਜ ਕੋਟ ਕਲੀ ਦਾ ਰੰਗ ਵੇ ਤੇਰੀ ਦੇਹ ਨੂੰ ਦਿਆਂ ਚੜਾ ਤੇ ਪਿੰਜ ਤੁੰਬ ਸੰਗ ਸਲੀਕਿਆਂ ਮੈਂ ਧਾਗਾ ਲਵਾਂ ਬਣਾਏ ਧਾਗਾ ਮੇਰੇ ਦਾਜ ਦਾ ਮੈਨੂੰ ਲੱਗਦਾ ਸਕਾ ਭਰਾ ਜਾਂ ਰੋਹੀ ਵਾਲੇ ਖੇਤ ਨੂੰ ਇੱਕ ਜਾਂਦੀ ਪਹੀ ਜਿਹਾ ਵਿਰਖ ਨਵਾਈਆਂ ਟਾਹਣੀਆਂ ਤੇ ਤੁਸਾਂ ਨਵਾਈ ਧੌਣ ਕੇ ਹੱਥ ਭਰੇਂਦੇ ਤੋਪਿਆਂ ਨੂੰ ਬੁੱਲ ਤਾਂ ਛੋਂਦੇ ਗਾਉਣ ਇੱਕ ਉੱਡਣ ਤਿੱਤਰ ਖੰਭੀਆਂ ਜੇ ਉਹ ਅੱਗ ਕਲੇਜੇ ਲਾਉਣ ਤੇ ਦੂਜਾ ਪੱਤਰੋਂ ਪੱਤਰੀ ਅੱਜ ਮੱਛਰੀ ਫਿਰਦੀ ਆ ਪਾਉਣ ਸੁੱਬਰ ਤੇ ਤਿਲ ਪੱਤਰਾ ਹੈ ਨੀਲਕ ਘੁੰਗਟ ਬਾਗ ਇੱਕ ਚੋਪ ਤਾਂ ਬੜੀ ਰੰਗੀਲੜੀ ਧਾਗੇ ਦੇ ਖੁੱਲ ਗਏ ਭਾਗ ਇਹ ਧੁੱਪਾਂ ਜ਼ਹਿਰ ਕਸੀਦੀਆਂ ਇਹ ਧਰਤਾਂ ਮੋਰਨੀਆਂ ਨਹੀਂ ਬਾਬਲ ਆਖੇ ਪੈਂਦੀਆਂ ਨੇ ਧੂਆਂ ਧੀਆਂ ਤੋਰਨੀਆਂ ਜੋ ਹਵਾ 'ਚ ਕੰਬਣ ਮੂੰਗਰੇ ਮੇਰਾ ਮੱਥਾ ਜਿਹਾ ਡਰੇ ਤੇ ਨਾਲੇ ਵੰਗਾਂ ਮਹਿੰਦੀਆਂ ਦਾ ਸੁਪਨਾ ਇੱਕ ਤਰੇ ਮੈਂ ਬਣ ਜਾ ਫੁੱਲ ਫੁਲਕਾਰੀਆਂ ਕੋਈ ਤੋਪੇ ਆਣ ਭਰੇ ਮੈਨੂੰ ਚੁੰਮ ਕੇ ਹਿੱਕ ਨਾਲ ਲਾ ਲਵੇ ਮੇਰੇ ਸਭੇ ਦੁੱਖ ਹਰੇ ਮੈਨੂੰ ਚੁੰਮ ਕੇ ਹਿੱਕ ਨਾਲ ਲਾ ਲਵੇ ਸਭੇ ਦੁੱਖ ਹਰੇ। ਹਰਮਨਜੀਤ ਲਿਖਦਾ ਸਰੀ ਜੁੱਤੀ ਦੀ ਜਰਕ ਉਹਦਾ ਵੀ ਵੱਲ ਕਿਸੇ ਕਿਸੇ ਨੂੰ ਹੀ ਹੈ। ਧੰਨਵਾਦ ਸਾਰਿਆਂ ਦਾ ਜਿੱਥੇ ਵੀ ਬੈਠੇ ਹੋ। ਮੈਂ ਕਿਹਾ ਦੀਵਾਲੀ ਆ ਮਾੜਾ ਜਿਹਾ ਖੇੜੇ 'ਚ ਲਿਆਈਏ ਤੁਹਾਨੂੰ। ਜਦ ਲਲਕਰਾ ਮਾਰ ਕੇ ਪਿੰਡਾਂ ਦੇ ਵਿੱਚ ਜਦ ਲਲਕਰਾ ਮਾਰ ਕੇ ਖੁਸ਼ੀ 'ਚ ਆਉਂਦੇ ਨੇ ਬੰਦੇ ਪਿੰਡਾਂ ਦੇ ਭਲਾ ਕੀ ਕਹਿੰਦੇ ਨੇ? ਬੰਦਾ ਮਾਰ ਦਿਆਂਗੇ। ਤੇ ਜਾਇਦਾਦ ਖਰੀਦਣੀ ਵੇਚਣੀ ਯਾਦ ਰੱਖਿਓ। ਸਰਦਾਰ ਨਵਕਿਰਨ ਸਿੰਘ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਦੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ ਆਪਣੇ ਸਾਰੀ ਟੀਮ ਨੂੰ, ਸਰੋਤਿਆਂ ਨੂੰ ਤੁਹਾਨੂੰ ਦੀਵਾਲੀ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਜੀ। ਜੀ ਗਿੱਲ ਸਾਹਿਬ ਤੁਹਾਨੂੰ ਵੀ ਡੂੰਘੇ ਜੇ ਬੋਲਦੇ ਜਿਵੇਂ ਰਜਾਈ ਨੱਪੀ ਬੈਠੇ ਹੁੰਦੇ ਹੋ ਕਿਤੇ। ਜੀ ਗਿੱਲ ਸਾਹਿਬ ਬੜਾ ਬਾਹਰ ਪਟਾਕੇ ਚੱਲ ਰਹੇ ਹੈ ਜੀ ਔਰ ਮਾਹੌਲ ਦੀਵਾਲੀ ਵਾਲਾ ਬਣਿਆ ਹੋਇਆ। ਚਾਰੇ ਪਾਸੇ ਰੌਸ਼ਨੀਆਂ ਨੇ, ਦੀਪਮਾਲਾ, ਦੀਵੇ, ਮੋਮਬੱਤੀਆਂ, ਚਾਰੇ ਪਾਸੇ ਖੁਸ਼ੀਆਂ ਖੇੜਿਆਂ ਦਾ ਮਾਹੌਲ ਆ ਜਿਹੜਾ ਪੰਜਾਬ ਦੇ ਵਿੱਚ ਉਹ ਬਣਿਆ ਹੋਇਆ ਜੀ। ਅੱਛਾ, ਇਸ ਖੁਸ਼ੀ ਦੇ ਵਿੱਚ ਮੈਨੂੰ ਲੱਗਦਾ ਬਹੁਤ ਟੱਬਰ ਨੇ ਜਿਹੜੇ ਹਲੇ ਦਿੱਲੀ ਵੀ ਬੈਠੇ ਆ। ਕਿੰਨੀ ਕੁ ਗਿਣਤੀ ਹੋਊ, ਕਿੰਨਾ ਕੁ ਸੋਚਦੇ ਹੋਣਗੇ ਤੇ ਉਹਨਾਂ ਘਰਾਂ ਦੇ ਜਿਨ੍ਹਾਂ ਦੇ ਜੀ ਉੱਥੇ ਬੈਠੇ ਆ ਉਹਨਾਂ ਦੇ ਦਿਮਾਗ ਦੀ ਕੋਈ ਗੱਲ ਜਾਂ ਕੋਈ ਅੱਜ ਕਹਾਣੀ। ਅੱਜ ਤਾਂ ਖਬਰਾਂ ਤਾਂ ਬਹੁਤ ਘੱਟ ਹੋਣੀਆਂ। ਮੀਡੀਆ ਇੱਕੋ ਹੀ ਤਿਉਹਾਰ 'ਤੇ ਬੰਦ ਹੁੰਦਾ, ਦੀਵਾਲੀ ਆ ਬਸ, ਦੀਵਾਲੀ ਉਹ ਦੀਵਾਲੀ ਆ। ਐਡੇ ਜ਼ੋਰ ਨਾਲ ਮਨਾਇਆ ਜਾਂਦਾ ਇਹ ਦੀਵਾਲੀ ਨੂੰ। ਅਤੇ ਹੋਰ ਕੀ ਖਬਰ ਹੈ ਜੀ ਦੀਵਾਲੀ 'ਤੇ ਬੰਦੀ ਛੋੜ ਦਿਵਸ ਦੀ?
ਜੀ ਗੱਲ ਸਾਹਿਬ, ਦੇਖੋ ਦੀਵਾਲੀ ਆ ਜਿਹੜੀ ਉਹ ਵਾਕਈ ਜਿਵੇਂ ਤੁਸੀਂ ਜ਼ਿਕਰ ਕੀਤਾ ਗਾ ਕਿ ਕੁਝ ਲੋਕ ਉਹ ਬੈਠੇ ਨੇ ਗਿੱਲ ਸਾਹਿਬ ਜਿਹੜੇ ਪਹਿਲੇ ਦਿਨ ਗਏ ਸੀ 26 ਨਵੰਬਰ ਨੂੰ, ਅੱਜ ਤੱਕ ਵਾਪਸ ਨਹੀਂ ਆਏ। ਉਹ ਕਹਿੰਦੇ ਜਿੱਤ ਕੇ ਘਰਾਂ ਨੂੰ ਵਾਪਸ ਜਾਵਾਂਗੇ। ਉਹਨਾਂ ਦੀ ਦੀਵਾਲੀ ਵੀ ਅੱਜ ਕਿਸੇ ਦੀ ਸਿੰਘੂ ਬਾਰਡਰ ਤੇ ਲੰਘ ਰਹੀ ਆ, ਕਿਸੇ ਦੀ ਟਿਕਰੀ ਬਾਰਡਰ ਦੇ ਉੱਤੇ ਲੰਘ ਰਹੀ ਆ, ਕਿਸੇ ਦੀ ਗਾਜੀਪੁਰ ਵਾਲੇ ਬਾਰਡਰ ਦੇ ਉੱਤੇ ਲੰਘ ਰਹੀ ਆ। ਔਰ ਉਹਨਾਂ ਦੇ ਵਿੱਚੋਂ ਗਿੱਲ ਸਾਹਿਬ ਕਈ ਤਾਂ ਬਜ਼ੁਰਗ ਨੇ ਜਿਨ੍ਹਾਂ ਦੀ ਉਮਰ ਵੀ ਕਾਫੀ ਹੈ। ਇੱਕ 85 ਸਾਲਾਂ ਦਾ ਬਾਪੂ ਆ ਨਛੱਤਰ ਸਿਉਂ, 11 ਮਹੀਨੇ ਹੋ ਗਏ ਸਿੰਘੂ ਬਾਰਡਰ ਤੇ ਡਟਿਆ ਹੋਇਆ ਗਾ ਔਰ ਪਿੰਡ ਨਹੀਂ ਗਿਆ। ਹੋਰ ਬਹੁਤ ਨੇ ਅਜਿਹੇ ਜਿਨ੍ਹਾਂ ਨੂੰ 11 ਮਹੀਨੇ ਹੋ ਗਏ ਸਿੰਘੂ ਬਾਰਡਰ ਦੇ ਉੱਤੇ, ਕੋਈ ਟਿਕਰੀ ਬਾਰਡਰ ਦੇ ਉੱਤੇ, ਲੇਕਿਨ ਪਿੰਡ ਨਹੀਂ ਗਏ। ਔਰ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਆ ਜਿਹੜਾ ਬਣਿਆ ਹੋਇਆ। ਕੁਛ ਉਹ ਨੇ ਜਿਹੜੇ ਇੱਕ ਅੱਧੀ ਵਾਰ ਬਿਮਾਰ ਹੋ ਗਏ, ਘਰ ਗਏ, 2-3 ਦਿਨ ਬਾਅਦ ਜਦੋਂ ਡਾਕਟਰ ਨੇ ਕਿਹਾ ਵੀ ਥੋੜਾ ਜਿਹਾ ਤੁਸੀਂ ਠੀਕ ਹੋ, ਨਾਲ ਦੀ ਨਾਲ ਦਿੱਲੀ ਵਾਲੀ ਬੱਸ ਫੜ ਲਈ। ਉਹ ਕਹਿੰਦੇ ਨਾ, ਘਰੇ ਨਹੀਂ, ਅਸੀਂ ਤਾਂ ਜਿੱਤ ਕੇ ਸੰਘਰਸ਼ ਨੂੰ ਮੁੜਾਂਗੇ। ਅੱਜ ਉਹ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠੇ ਨੇ। ਇਸ ਤੋਂ ਇਲਾਵਾ ਗਿੱਲ ਸਾਹਿਬ ਕੁਛ ਅਜਿਹੀਆਂ ਘਟਨਾਵਾਂ ਵੀ ਨੇ। ਹੁਣ ਕਰਨਾਲ ਜ਼ਿਲ੍ਹਾ ਹਰਿਆਣਾ ਦਾ, ਉੱਥੇ ਅਸੰਧ ਪੈਂਦਾ, ਬਹੁਤ ਵੱਡਾ ਗੁਰਦੁਆਰਾ ਸਾਹਿਬ ਵੀ ਹੈ। 26 ਨਵੰਬਰ ਨੂੰ ਲਗਭਗ ਸਾਰੇ ਕਿਸਾਨਾਂ ਨੂੰ ਉਸ ਗੁਰਦੁਆਰਾ ਸਾਹਿਬ ਨੇ ਉੱਟਿਆ। ਅਸੰਧ ਵੱਡਾ ਸ਼ਹਿਰ ਹੈ, ਉੱਥੇ ਕਿਸਾਨ ਭੁੱਖ ਹੜਤਾਲ ਦੇ ਉੱਤੇ DAP ਖਾਦ ਲਈ ਬੈਠੇ ਨੇ। ਅੱਜ ਦੀਵਾਲੀ ਵਾਲੇ ਦਿਨ ਵੀ ਉਹ ਉੱਥੇ DAP ਖਾਦ ਦੀ ਮੰਗ ਦੇ ਲਈ ਭੁੱਖ ਹੜਤਾਲ ਤੇ ਨੇ। ਉਹਨਾਂ ਦੀ ਉੱਥੇ ਹੀ ਦੀਵਾਲੀ ਆ, ਭੁੱਖ ਹੜਤਾਲ ਦੇ ਉੱਤੇ ਬੈਠਿਆਂ ਦੀ ਜੀ। ਇਸ ਤੋਂ ਇਲਾਵਾ ਗਿੱਲ ਸਾਹਿਬ ਗੱਲਬਾਤ ਕਰੀਏ ਤਾਂ ਬਠਿੰਡਾ ਦਾ ਪਿੰਡ ਜਲਾਲ ਆ। ਜਲਾਲ ਦੇ ਵਿੱਚ ਪਟਾਕਿਆਂ ਨੂੰ ਅੱਗ ਲੱਗ ਗਈ ਔਰ ਉੱਥੇ ਬਹੁਤ ਨੁਕਸਾਨ ਹੋਇਆ। ਅੱਧੀ ਦਰਜਨ ਦੇ ਲਗਭਗ ਜਿਹੜੇ ਸਟਾਲ ਲਾਏ ਹੋਏ ਸੀ ਪਟਾਕਿਆਂ ਦੇ, ਉਹ ਉੱਥੇ ਮੱਚੇ ਨੇ। ਬਾਕੀ ਦੀਵਾਲੀ ਤੇ ਬਹੁਤ ਕੁਝ ਹੋਇਆ। ਓਮ ਪ੍ਰਕਾਸ਼ ਚਟਾਲਾ ਹੁਰੀ ਅੱਜ ਬਾਦਲ ਪਿੰਡ ਪਹੁੰਚੇ ਜੀ, ਮਠਿਆਈਆਂ ਦੇ ਡੱਬੇ ਲੈ ਕੇ। ਤੋ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ, ਸੁਖਬੀਰ ਬਾਦਲ ਹੋਰਾਂ ਨਾਲ ਬੈਠ ਕੇ ਦੀਵਾਲੀ ਮਨਾਈ। ਕੱਲ ਅਵੇ ਚਟਾਲਾ ਦੀ ਜਿੱਤ, ਅੱਜ ਓਮ ਪ੍ਰਕਾਸ਼ ਚਟਾਲਾ ਦਾ ਬਾਦਲ ਪਿੰਡ ਨੂੰ ਸਿੱਧਾ ਜਾਣਾ ਮਠਿਆਈਆਂ ਦੇ ਡੱਬੇ ਲੈ ਕੇ। ਇਹ ਕਿਤੇ ਨਾ ਕਿਤੇ ਬਹੁਤ ਕੁਛ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਹਰਿਆਣਾ ਦੀ ਸਿਆਸਤ ਵਾਲੇ ਪਾਸੇ ਨੂੰ ਜ਼ਿਕਰ ਕਰ ਰਿਹਾ, ਕਿਉਂਕਿ ਉੱਤਰੀ ਭਾਰਤ ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਹੈ ਨਾ, ਉਹ 'ਚ ਪੰਜਾਬ 'ਚ ਤਾਂ ਚਲੋ ਕੋਈ ਸੀਟ ਨਹੀਂ ਸੀ, ਹਰਿਆਣਾ ਦੀ ਇੱਕੋ ਇੱਕ ਸੀਟ ਸੀ, ਉੱਥੇ ਭਾਜਪਾ ਹਾਰ ਗਈ। ਹਿਮਾਚਲ ਦੀਆਂ 3 ਵਿਧਾਨ ਸਭਾ ਤੇ 1 ਲੋਕ ਸਭਾ ਸੀਟ ਸੀ, ਉੱਥੇ ਭਾਜਪਾ ਹਾਰ ਗਈ, ਕਲੀਨ ਬੋਰਡ ਹੋਈ ਆ। ਤਾਂ ਇਹ ਸਾਰੇ ਚੀਜ਼ਾਂ ਦੇ ਮਾਇਨੇ ਨੇ ਜਿਹੜੇ ਸਮਝੇ ਜਾ ਰਹੇ ਨੇ। ਬਾਕੀ ਬੰਦੀ ਛੋੜ ਦਿਵਸ ਮੌਕੇ ਅੱਜ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਅਲੌਕਿਕ ਆਤਿਸ਼ਬਾਜ਼ੀ ਕੀਤੀ ਗਈ ਹੈ। ਕੌਮ ਦੇ ਨਾਂ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਸੰਦੇਸ਼ ਜਾਰੀ ਕੀਤਾ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਹੋਰਾਂ ਨੇ ਵੀ ਇੱਕ ਸੰਦੇਸ਼ ਆ ਜਿਹੜਾ ਉਹ ਜਾਰੀ ਕੀਤਾ ਗਾ। ਉਧਰ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਅੱਜ ਜੰਮੂ ਕਸ਼ਮੀਰ ਦੇ ਰਜੌਰੀ ਇਲਾਕੇ ਦੇ ਵਿੱਚ ਭਾਰਤੀ ਫੌਜ ਦੀ ਵਰਦੀ ਪਾ ਕੇ ਗਿੱਲ ਸਾਹਿਬ ਫੌਜੀ ਜਵਾਨਾਂ ਦੇ ਨਾਲ ਦੀਵਾਲੀ ਮਨਾ ਰਿਹਾ। ਉਹ ਆਪਣੇ ਆਪ ਨੂੰ ਬਹੁਤ ਵੱਡਾ ਰਾਸ਼ਟਰਵਾਦੀ, ਬਹੁਤ ਵੱਡਾ ਦੇਸ਼ ਭਗਤ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਿਹਾ। ਤਾਂ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਸ ਪਾਸੇ ਨੂੰ ਇਸ਼ਾਰਾ ਕਰਦੀਆਂ ਕਿ ਅੱਜ ਦੀਵਾਲੀ ਦਾ ਜਿਹੜਾ ਦਿਨ ਆ ਨਾ, ਇਹ ਬੜਾ ਅਹਿਮ ਆ। ਅੱਜ ਹਰ ਰਾਜਨੀਤਿਕ ਪਾਰਟੀ ਕੋਈ ਰਾਜਨੀਤੀ ਕਰ ਰਿਹਾ ਇਸ ਦਿਨ ਦੇ ਉੱਤੇ, ਕੋਈ ਇਸ ਦਿਨ ਦੇ ਉੱਤੇ ਧਾਰਮਿਕ ਤੌਰ ਦੇ ਉੱਤੇ ਪੂਜਾ ਦੇ ਵਿੱਚ ਲੱਗਿਆ ਹੋਇਆ। ਉਧਰੋਂ ਸਾਰੇ ਚੈਨਲ ਅੱਜ ਸ਼ਾਮ ਨੂੰ 7 ਵਜੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਜਿਹੜੇ ਨੇ ਉਹ ਮਨਾਈ ਜਾ ਰਹੀ ਦੀਵਾਲੀ ਔਰ ਕੀਤੀ ਜਾ ਰਹੀ ਪੂਜਾ ਨੂੰ ਲਾਈਵ ਦਿਖਾ ਰਹੇ ਸੀ। ਮੈਂ ਹੈਰਾਨ ਸੀ ਕਿ ਬਾਦਲਾਂ ਦਾ ਜਿਹੜਾ ਚੈਨਲ PTC ਕਿਹਾ ਜਾਂਦਾ ਉਹ ਵੀ ਲਾਈਵ ਦਿਖਾ ਰਿਹਾ ਕੇਜਰੀਵਾਲ ਹੋਰਾਂ ਦੀ ਪੂਜਾ, ਔਰ NDTV ਤੋਂ ਲੈ ਕੇ ਹਰ ਚੈਨਲ ਜਿਹੜਾ ਲਾਈਵ ਦਿਖਾ ਰਿਹਾ। ਤਾਂ ਇਹ ਸਾਰੇ ਕਾਸੇ ਦੇ ਕੀ ਮਾਇਨੇ ਨੇ, ਬਹੁਤ ਕੁਛ ਗਿੱਲ ਸਾਹਿਬ ਇਸ ਦੀਵਾਲੀ ਦੇ ਤਿਉਹਾਰ ਦੇ ਮੌਕੇ ਦੇ ਉੱਤੇ ਸਾਹਮਣੇ ਜਿਹੜਾ ਉਹ ਆ ਰਿਹਾ ਗਾ ਕਿ ਇੱਕ ਪਾਸੇ ਸਾਡੇ ਹਜ਼ਾਰਾਂ ਕਿਸਾਨ ਨੇ ਜਿਹੜੇ ਉਹ ਦਿੱਲੀ ਦੇ ਬਾਰਡਰਾਂ ਦੇ ਉੱਤੇ ਖੁੱਲੇ ਅਸਮਾਨ ਦੇ ਹੇਠਾਂ ਦੀਵਾਲੀ ਮਨਾ ਰਹੇ ਨੇ। ਔਰ ਇੱਕ ਮੈਨੂੰ ਇਹ ਵੀ ਬੜੀ ਮੰਦਭਾਗੀ ਖਬਰ ਗਿੱਲ ਸਾਹਿਬ ਅੱਜ ਦੀਵਾਲੀ ਦੇ ਮੌਕੇ ਦੇ ਉੱਤੇ ਮਿਲੀ ਆ ਕਿ ਸਿੰਘੂ ਬਾਰਡਰ ਤੇ ਅੱਗ ਲੱਗੀ ਆ। ਅੱਜ ਅੱਗ ਲੱਗਣ ਦੇ ਨਾਲ ਬਹੁਤ ਨੁਕਸਾਨ ਹੋਇਆ। ਹੁਣ ਤੋਂ ਥੋੜਾ ਸਮਾਂ ਪਹਿਲੇ ਇਹ ਘਟਨਾ ਵਾਪਰੀ ਆ ਔਰ ਕਿਸਾਨਾਂ ਨੇ ਪ੍ਰਬੰਧ ਪੂਰੇ ਕੀਤੇ ਹੋਏ ਸੀ। ਉਹਨਾਂ ਨੂੰ ਪਤਾ ਸੀ, ਸਵੇਰ ਦੀ ਗੱਲ ਇਹ ਚੱਲ ਰਹੀ ਸੀ ਕਿ ਸ਼ਰਾਰਤੀ ਅਨਸਰ ਕੋਈ ਆਤਿਸ਼ਬਾਜ਼ੀਆਂ ਛੱਡ ਸਕਦੇ ਨੇ, ਸ਼ਰਾਰਤੀ ਅਨਸਰ ਦੀਵਾਲੀ ਦੇ ਮੌਕੇ ਦੇ ਉੱਤੇ ਸਿੰਘੂ ਬਾਰਡਰ ਜਾਂ ਟਿਕਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਤੰਬੂਆਂ ਨੂੰ ਅੱਗ ਲਾ ਸਕਦੇ ਨੇ। ਲੇਕਿਨ ਜਦੋਂ ਅੱਗ ਲੱਗੀ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਫੋਨ ਕੀਤੇ, ਪ੍ਰਸ਼ਾਸਨ ਨੂੰ ਫੋਨ ਕੀਤੇ, ਪਰ ਕਿਸਾਨਾਂ ਦਾ ਦੋਸ਼ ਆ ਕਿ ਲੰਬਾ ਸਮਾਂ, ਕਾਫੀ ਸਮਾਂ ਜਿਹੜਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਨਹੀਂ। ਇਹ ਤੋਂ ਪਹਿਲਾਂ ਪਹੁੰਚ ਸਕਦੀਆਂ ਸੀ। ਈਵਨ ਪ੍ਰਸ਼ਾਸਨ ਨੂੰ ਵੀ ਤਾਂ ਪਤਾ ਨਾ ਕਿ ਇੰਨੀ ਵੱਡੀ ਗਿਣਤੀ 'ਚ ਲੋਕ ਬੈਠੇ ਨੇ ਔਰ ਉੱਥੇ ਉਹਨਾਂ ਕੋਲੇ ਗੈਸ ਸਿਲੰਡਰਾਂ ਤੋਂ ਲੈ ਕੇ ਹਰ ਤਰ੍ਹਾਂ ਦੀ ਚੀਜ਼ ਹੈ, ਬਲਨਸ਼ੀਲ ਪਦਾਰਥ ਨੇ, ਲੱਕੜਾਂ ਨੇ। ਤਾਂ ਉੱਥੇ ਪ੍ਰਬੰਧ ਆਲਰੇਡੀ ਫਾਇਰ ਬ੍ਰਿਗੇਡ ਖੜੀ ਹੋਣੀ ਚਾਹੀਦੀ ਸੀ, ਆਲਰੇਡੀ ਸਾਰੇ ਪ੍ਰਬੰਧ ਹੋਣੇ ਚਾਹੀਦੇ। ਚਲੋ ਕਿਸਾਨਾਂ ਨੇ ਆਪਣੇ ਲੈਵਲ ਦੇ ਉੱਤੇ ਜਿੰਨੇ ਕੁ ਜੋਗੇ ਨੇ ਉਹਨੇ ਪ੍ਰਬੰਧ ਉਹਨਾਂ ਨੇ ਕੀਤੇ ਨੇ, ਪਰ ਸਰਕਾਰ ਦੀ ਵੀ ਤਾਂ ਜ਼ਿੰਮੇਵਾਰੀ ਬਣਦੀ ਆ ਕੋਈ
ਲੇਕਿਨ ਉੱਥੇ ਜਿਹੜੀ ਇਹ ਘਟਨਾ ਵਾਪਰੀ ਆ ਉਹ 'ਚ ਕਿੰਨਾ ਕੁ ਨੁਕਸਾਨ ਹੋਇਆ ਉਹ ਤਾਂ ਫਿਰ ਪਤਾ ਲੱਗ ਜਾਣਾ ਕੱਲ੍ਹ ਤੱਕ। ਪਰ ਇੱਕ ਗੱਲ ਚੰਗੀ ਹੈ ਕਿ ਜਾਨੀ ਨੁਕਸਾਨ ਤੋਂ ਬਚਾਅ ਹੋਇਆ ਜੀ। ਅੱਛਾ ਸਰ ਨਵਕਿਰਨ ਸਿੰਘ ਜੀ, ਇਹ ਦੱਸਿਓ ਕਿ ਡੇਰਾ ਮੁਖੀ ਤੋਂ ਹੁਣ ਸਿੱਟ ਨੇ ਪੁੱਛਗਿੱਛ ਕਰਨੀ ਹੈ ਜੀ, ਕਾਹਦੀ ਕਰਨੀ ਹੈ? ਜੀ ਗਿੱਲ ਸਾਹਿਬ, ਦੇਖੋ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਜਿਹੜੀ ਉਹ ਡੇਰਾ ਮੁਖੀ ਤੋਂ ਪੁੱਛਗਿੱਛ ਕਰਨ ਦੇ ਲਈ ਹੁਣ 8 ਨਵੰਬਰ ਨੂੰ ਸਨਾਰੀਆ ਜੇਲ੍ਹ ਜਿਹੜੀ ਹਰਿਆਣਾ ਦੀ ਆ ਉੱਥੇ ਜਾਊਗੀ। ਦਰਅਸਲ ਮਸਲਾ ਇਹ ਹੈ ਗਿੱਲ ਸਾਹਿਬ ਕਿ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸੀਗੇ, ਉਸ ਮਸਲੇ ਦੇ ਵਿੱਚ ਕੇਸ ਜਿਹੜਾ ਦਰਜ ਕੀਤਾ ਗਿਆ ਸੀ, FIR ਦਰਜ ਕੀਤੀ ਗਈ ਸੀ, ਉਹਦੇ ਵਿੱਚ ਕੁਝ ਵਿਅਕਤੀ ਨੇ ਜਿਹੜੇ ਉਹਨਾਂ ਦੇ ਨਾਮ ਸੀ, ਉਹਦੇ ਵਿੱਚ ਡੇਰਾ ਮੁਖੀ ਨੂੰ ਵੀ ਨਾਮਜ਼ਦ ਕੀਤਾ ਗਿਆ ਸੀਗਾ। ਮਹਿੰਦਰਪਾਲ ਬਿੱਟੂ ਦਾ ਨਾਮ ਵੀ ਸੀ ਜਿਹਦਾ ਨਾਭਾ ਜੇਲ੍ਹ ਦੇ ਵਿੱਚ ਕਤਲ ਹੋ ਗਿਆ ਸੀਗਾ। ਔਰ ਉਸ ਤੋਂ ਬਾਅਦ ਇਹ ਵੀ ਚਰਚਾ ਚੱਲੀ ਸੀ ਕਿ ਮਹਿੰਦਰਪਾਲ ਬਿੱਟੂ ਦੇ ਕਤਲ ਦੇ ਨਾਲ ਇਸ ਕੇਸ ਦੇ ਬਹੁਤ ਸਾਰੇ ਸਬੂਤ ਨੇ ਜਿਹੜੇ ਉਹ ਖਤਮ ਹੋ ਗਏ, ਕਿਉਂਕਿ ਉਸ ਬੰਦੇ ਤੋਂ ਪੁੱਛਗਿੱਛ ਦੌਰਾਨ ਬਹੁਤ ਕੁਝ ਸਾਹਮਣੇ ਆ ਸਕਦਾ ਸੀ ਤੇ ਉਹਦੀ ਮੌਤ ਦੇ ਨਾਲ, ਉਹਦੇ ਕਤਲ ਦੇ ਨਾਲ ਉਹ ਕੁਝ ਚੀਜ਼ਾਂ ਨੇ ਜਿਹੜੀਆਂ ਉਹ ਸ਼ਾਇਦ ਦੱਬੀਆਂ ਰਹਿ ਜਾਣ। ਉਸ ਤੋਂ ਬਾਅਦ ਗਿੱਲ ਸਾਹਿਬ ਇਹ ਬਹੁਤ ਵਾਰ ਕੋਸ਼ਿਸ਼ ਹੋ ਚੁੱਕੀ ਆ ਕਿ ਡੇਰਾ ਮੁਖੀ ਤੋਂ ਪੁੱਛਗਿੱਛ ਕੀਤੀ ਜਾਵੇ, ਪਰ ਸਫਲ ਨਹੀਂ ਸੀ ਹੋਈ। ਈਵਨ ਕਿ ਜਿਹੜੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ, ਉਹ ਵੀ ਡੇਰਾ ਮੁਖੀ ਤੋਂ ਉਸ ਹਿਸਾਬ ਦੀ ਪੁੱਛਗਿੱਛ ਆ ਜਿਹੜੀ ਨਹੀਂ ਕਰ ਸਕੀ ਸੀ। ਤਾਂ ਹੁਣ ਜਦੋਂ ਇਹ ਮਸਲਾ ਦੁਬਾਰੇ ਭਖਿਆ, ਸਰਕਾਰ ਚੇਂਜ ਹੋਈ, ਤਾਂ ਹੁਣ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਮੰਗ ਕੀਤੀ ਸੀਗੀ ਕਿ ਡੇਰਾ ਮੁਖੀ ਨੂੰ ਪੰਜਾਬ ਦੇ ਵਿੱਚ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆਂਦਾ ਜਾਵੇ। ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਨੇ ਇਹਦੀ ਇਜਾਜ਼ਤ ਵੀ ਦਿੱਤੀ ਸੀ। ਉਸ ਤੋਂ ਬਾਅਦ ਡੇਰਾ ਮੁਖੀ ਆਪਣੇ ਵਕੀਲਾਂ ਦੇ ਰਾਹੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਾ ਪਹੁੰਚਿਆ ਔਰ ਇਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ 2 ਅਪੀਲਾਂ ਨੇ ਜਿਹੜੀਆਂ ਉਹ ਪਾਈਆਂ, ਜਿਹਦੇ ਵਿੱਚੋਂ ਇੱਕ ਇਹ ਸੀਗੀ ਕਿ ਇਹਦੀ ਜਿਹੜੀ ਐਂਟੀਸਪੇਟਰੀ ਬੇਲ ਆ ਉਹ ਦਿੱਤੀ ਜਾਵੇ, ਜ਼ਮਾਨਤ ਅਗਾਊਂ ਜ਼ਮਾਨਤ ਦਿੱਤੀ ਜਾਵੇ ਤਾਂ ਕਿ ਪੰਜਾਬ ਪੁਲਿਸ ਜਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਹਨੂੰ ਅਰੈਸਟ ਨਾ ਕਰ ਸਕੇ। ਦੂਸਰਾ ਇਹ ਸੀਗਾ ਕਿ ਇਹਦੀ ਜਿਹੜੀ ਪੁੱਛਗਿੱਛ ਆ ਉਹ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜਾਂ ਸਨਾਰੀਆ ਜੇਲ੍ਹ 'ਚ ਜਾ ਕੇ ਕਰੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਜਿਹਦੇ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਰੋਕ ਲਾਤੀ ਸੀ। ਔਰ ਉਸ ਤੋਂ ਬਾਅਦ ਪੰਜਾਬ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਕਿਹਾ ਗਿਆ ਸੀ ਕਿ ਤੁਸੀਂ ਸਨਾਰੀਆ ਦੀ ਜੇਲ੍ਹ 'ਚ ਜਾ ਕੇ ਹਰਿਆਣਾ ਦੇ ਵਿੱਚ ਇਹ ਤੋਂ ਪੁੱਛਗਿੱਛ ਕਰ ਸਕਦੇ ਹੋ। ਹੁਣ 8 ਨਵੰਬਰ ਦਾ ਦਿਨ ਤੈਅ ਕੀਤਾ ਜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ। ਉਹਨਾਂ ਨੇ ਇੱਕ ਪੂਰਾ ਕੁਐਸਚਨੇਅਰ ਬਣਾਇਆ, ਪੂਰੀ ਤਿਆਰੀ ਕੀਤੀ ਹੈ ਬਕਾਇਦਾ ਤੌਰ ਦੇ ਉੱਤੇ। ਗਿੱਲ ਸਾਹਿਬ ਇਸ ਵਿਸ਼ੇ ਦੇ ਉੱਤੇ ਟੀਮ ਜਿਹੜੀ ਹੈ ਉਹ ਤਿਆਰ ਹੋ ਚੁੱਕੀ ਹੈ, ਉਹਨਾਂ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਔਰ 8 ਨਵੰਬਰ ਨੂੰ ਹਰਿਆਣਾ ਦੇ ਸਨਾਰੀਆ ਜੇਲ੍ਹ ਦੇ ਵਿੱਚ ਜਾ ਕੇ ਡੇਰਾ ਮੁਖੀ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਮਿਲੂਗੀ। ਉੱਥੇ ਸਾਰੇ ਕੁਐਸਚਨਾਂ ਦੀ ਜਿਹੜੀ ਪੁੱਛ ਪੜਤਾਲ ਉਹ ਕੀਤੀ ਜਾਊਗੀ। ਜੇ ਤਾਂ ਇਹ ਕੋਆਪਰੇਟ ਕਰਦਾ ਹੈ, ਸਹੀ ਜਵਾਬ ਦਿੰਦਾ ਹੈ ਤਾਂ ਠੀਕ ਹੈ, ਜੇ ਨਹੀਂ ਕੋਆਪਰੇਟ ਕਰਦਾ ਤਾਂ ਹਾਈ ਕੋਰਟ ਦੇ ਵਿੱਚ ਔਰ ਡਿਸਟ੍ਰਿਕਟ ਕੋਰਟ ਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਾ ਕੇ ਦੱਸੂਗੀ ਕਿ ਉਹ ਸਾਨੂੰ ਕੋਆਪਰੇਟ ਨਹੀਂ ਕਰ ਰਿਹਾ। ਉਸ ਤੋਂ ਬਾਅਦ ਇਹ ਮਸਲਾ ਫਿਰ ਅੱਗੇ ਤੁਰੂਗਾ। ਸੋ ਆਸ ਉਮੀਦ ਕਰਾਂਗੇ ਕਿ ਇਸ ਮਸਲੇ ਦੇ ਵਿੱਚ, ਕਿਉਂਕਿ ਤਕੜੇ ਬੰਦਿਆਂ ਤੋਂ ਪੈਸੇ, ਅਸਰ ਰਸੂਖ ਵਾਲੇ ਬੰਦਿਆਂ ਕੋਲ, ਜਿਨ੍ਹਾਂ ਕੋਲ ਵਕੀਲਾਂ ਦੀ ਫੌਜ ਹੁੰਦੀ ਹੈ, ਜਿਹੜੇ ਵਕੀਲ ਖੜੇ ਕਰ ਸਕਦੇ ਹੁੰਦੇ ਨੇ ਅਦਾਲਤਾਂ ਦੇ ਵਿੱਚ ਜਾ ਕੇ, ਕੇਸਾਂ ਨੂੰ ਲੰਬਾ ਸਮਾਂ ਲਮਕਾ ਸਕਦੇ ਹੁੰਦੇ ਨੇ, ਉਹਨਾਂ ਮਸਲਿਆਂ ਦੇ ਵਿੱਚ ਇਨਸਾਫ ਜਿਹੜਾ ਉਹ ਔਖਾ ਮਿਲਦਾ। ਆਪਣਾ 1984 ਦੇ ਸਿੱਖ ਨਸਲਕੁਸ਼ੀ ਦੇ ਮਸਲੇ 'ਚ ਦੇਖਿਆ। ਇਸ ਤੋਂ ਇਲਾਵਾ ਸਲਮਾਨ ਖਾਨ ਦੇ ਮਸਲੇ 'ਚ, ਸੰਜੇ ਦੱਤ ਦੇ ਮਸਲੇ 'ਚ ਦੇਖਿਆ ਕਿ ਜਿਨ੍ਹਾਂ ਕੋਲੇ ਵਕੀਲ ਨੇ ਉਹ ਕੇਸਾਂ ਨੂੰ ਲਮਕਾ ਸਕਦੇ ਨੇ ਜੀ। ਅੱਛਾ ਜੀ, ਬਿਹਾਰ ਦੇ ਵਿੱਚ ਫੇਰ ਮੌਤਾਂ ਹੋਈਆਂ ਜ਼ਹਿਰੀਲੀ ਸ਼ਰਾਬ ਪੀ ਕੇ? ਜੀ ਗਿੱਲ ਸਾਹਿਬ, ਬਿਹਾਰ ਦੇ ਵਿੱਚ ਦੀਵਾਲੀ ਵਾਲੇ ਦਿਨ ਅੱਜ 10 ਮੌਤਾਂ ਹੋਈਆਂ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ। ਕੱਲ੍ਹ ਵੀ 5 ਮੌਤਾਂ ਦੀ ਖਬਰ ਆ ਜਿਹੜੀ ਉਹ ਸਾਹਮਣੇ ਆਈ ਸੀ। ਇਹ ਘਟਨਾ ਬਿਹਾਰ ਦੇ ਮੁਹੰਮਦਪੁਰ ਤੇ ਕੁਸ਼ਹਿਰ ਇਲਾਕੇ ਦੇ ਵਿੱਚ ਵਾਪਰੀ ਆ। ਦਰਅਸਲ ਗਿੱਲ ਸਾਹਿਬ ਮਸਲਾ ਇਹ ਆ ਕਿ ਬਿਹਾਰ ਦੇ ਵਿੱਚ ਨਾ ਸ਼ਰਾਬ ਪੀਣ ਤੇ ਪਾਬੰਦੀ ਆ। ਜਿਵੇਂ ਆਪਣੇ ਪੰਜਾਬ 'ਚ ਸ਼ਰਾਬ ਦੇ ਠੇਕੇ ਨੇ, ਹਰਿਆਣੇ 'ਚ ਸ਼ਰਾਬ ਦੇ ਠੇਕੇ ਨੇ, ਬਿਹਾਰ 'ਚ ਹੈ ਨਹੀਂ। ਬਿਹਾਰ ਦੇ ਵਿੱਚ ਜਦੋਂ ਨਿਤਿਸ਼ ਹੋਰਾਂ ਦੀ ਸਰਕਾਰ ਬਣੀ ਸੀ, ਉਹਨਾਂ ਨੇ ਲੋਕਾਂ ਨੂੰ ਕਿਹਾ ਸੀ ਸ਼ਰਾਬਬੰਦੀ ਕਰਾਂਗੇ ਔਰ ਇਲੈਕਸ਼ਨ 'ਚ ਇੱਕ ਵੱਡਾ ਮੁੱਦਾ ਸੀ। ਔਰਤਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਔਰ ਉਸ ਤੋਂ ਬਾਅਦ ਇਹਨਾਂ ਨੇ ਸ਼ਰਾਬਬੰਦੀ ਕਰਤੀ ਸੀ, ਉੱਥੇ ਸ਼ਰਾਬ ਤੇ ਪਾਬੰਦੀ ਲਾਤੀ ਸੀ। ਹੁਣ ਗਿੱਲ ਸਾਹਿਬ ਮਸਲਾ ਇਹ ਆ ਵੀ ਜਿਹਨੇ ਪੀਣੀ ਆ ਦੇਖੋ ਉਹ ਤਾਂ ਹਟਦਾ ਨਹੀਂ। ਆਪਾਂ ਨੂੰ ਪਤਾ ਹੈ ਕਿ ਨਸ਼ੇ ਨੇ ਜਿਹੜੇ ਪੰਜਾਬ ਦੇ ਵਿੱਚ ਵੀ ਉਹ ਹਟਦੇ ਨਹੀਂ। ਉਹਦੇ ਵਿੱਚੋਂ ਕੀ ਹੁੰਦਾ, ਸਗੋਂ ਦੀ ਜ਼ਹਿਰੀਲੀ, ਮਹਿੰਗੀ, ਇਸ ਤੋਂ ਇਲਾਵਾ ਮਾੜੀ ਸ਼ਰਾਬ ਆ ਜਿਹੜੀ ਉਹ 2 ਨੰਬਰ ਦੇ ਵਿੱਚ ਗੁਪਤ ਤਰੀਕੇ ਦੇ ਨਾਲ ਵਰਤਾਈ ਜਾਂਦੀ ਆ। ਉਹਦੇ ਤੇ ਕੋਈ ਕਿਸੇ ਦਾ ਲਾਅ ਐਂਡ ਆਰਡਰ ਨਹੀਂ ਹੁੰਦਾ, ਕੋਈ ਚੈੱਕ ਪੁਆਇੰਟ ਨਹੀਂ ਹੁੰਦਾ, ਕੋਈ ਉਹਦੇ ਵਿੱਚ ਇੱਦਾਂ ਦੀ ਚੀਜ਼ ਨਹੀਂ ਹੁੰਦੀ ਕਿ ਸਰਕਾਰ ਕੋਈ ਚੀਜ਼ਾਂ, ਕੋਈ ਮਾੜੇ ਮੋਟੇ ਨਿਯਮ ਵੀ ਮੇਨਟੇਨ ਕਰ ਸਕੇ। ਔਰ ਉੱਥੇ ਵੀ ਇਹੀ ਹੁੰਦਾ। ਹੁਣ ਦੀਵਾਲੀ ਦੇ ਦਿਨ ਨੇ,
ਜਿਹੜੇ ਤਸਕਰ ਨੇ ਜਾਂ ਜਿਹੜੇ ਮਾਫੀਆ ਨੇ ਉਹ ਜ਼ਹਿਰੀਲੀ ਤੇ ਮਾੜੀ ਸ਼ਰਾਬ ਵਰਤਾਉਂਦੇ ਨੇ। ਔਰ ਮੈਂ ਦੇਖੋ ਗਿੱਲ ਸਾਹਿਬ ਕਿ ਜਿਹੜੀਆਂ 10 ਮੌਤਾਂ ਹੋਈਆਂ ਉਹ ਮਰਨ ਵਾਲੇ ਲੋਕ ਕੌਣ ਨੇ, ਉਹਨਾਂ ਦੀ ਇਕੋਨਮੀ ਚੱਕ ਕੇ ਦੇਖੋ, ਜੇ ਸਰਵੇ ਕਰਕੇ ਦੇਖੋ ਸਾਰੇ ਗਰੀਬ ਨੇ, ਉਹ ਸਾਰੇ ਦਿਹਾੜੀਦਾਰ ਬੰਦੇ ਨੇ। ਤਾਂ ਜਿਹੜੇ ਹੁਣ ਤਕੜੇ ਬੰਦੇ ਨੇ ਉਹਨਾਂ ਨੂੰ ਤਾਂ ਚੰਗੀ ਸ਼ਰਾਬ ਫਿਰ ਵੀ ਮਿਲਦੀ ਹੋਣੀ ਆ ਉੱਥੇ ਸ਼ਰਾਬਬੰਦੀ ਦੇ ਦੌਰਾਨ ਵੀ, ਠੇਕੇ ਨਾ ਹੋਣ ਦੇ ਬਾਵਜੂਦ ਵੀ। ਔਰ ਜਿਹੜੇ ਥੋੜ੍ਹੀ ਬਹੁਤੀ ਦਿਹਾੜੀ ਕਰਨ ਵਾਲੇ ਬੰਦੇ ਨੇ ਉਹ ਫਿਰ ਮਾੜੀ ਜ਼ਹਿਰੀਲੀ ਸ਼ਰਾਬ 2 ਨੰਬਰ ਦੇ ਵਿੱਚ ਲੈ ਕੇ ਪੀਂਦੇ ਨੇ, ਉਹ 'ਚੋਂ ਉਹਨਾਂ ਦੀਆਂ ਮੌਤਾਂ ਹੁੰਦੀਆਂ ਨੇ। ਸੋ ਇਹ ਬੜਾ ਮੰਦਭਾਗਾ ਵਰਤਾਰਾ ਜੀ ਬਿਹਾਰ 'ਚ ਲਗਾਤਾਰ ਸਿਲਸਿਲਾ ਚੱਲ ਰਿਹਾ ਗਾ। ਔਰ ਇਹਦੇ ਨਾਲ ਮਾਫੀਆ ਡਾਊਨ ਨਹੀਂ ਹੋਇਆ ਬਲਕਿ ਸਟਰੋਂਗ ਹੋਇਆ। ਸੋ ਸਰਕਾਰ ਨੂੰ ਸਰਵੇਖਣ ਕਰਾਉਣਾ ਚਾਹੀਦਾ ਉੱਥੇ ਕਿ ਕਿਉਂਕਿ ਜਿਹੜੀ ਚੀਜ਼ ਲੋਕਾਂ ਤੋਂ ਜਿੰਨੀ ਦੂਰ ਕੀਤੀ ਜਾਂਦੀ ਹੈ, ਸਾਡੀ ਮਾਨਸਿਕ ਪ੍ਰਵਿਰਤੀ ਵੀ ਹੈ ਗਿੱਲ ਸਾਹਿਬ, ਉਨਾ ਜ਼ਿਆਦਾ ਉਸ ਚੀਜ਼ ਪ੍ਰਤੀ ਲੋਕਾਂ ਦੀ ਰੌਚਕਤਾ ਵੱਧਦੀ ਆ ਜੀ। ਤੇ ਕਾਕਾ ਰਣਦੀਪ ਸਿੰਘ ਨਾਭੇ ਦਾ ਘਰ ਕਿਹਨੇ ਘੇਰਿਆ ਜੀ? ਜੀ ਜੀ ਗਿੱਲ ਸਾਹਿਬ, ਇਹ ਕਿਸਾਨਾਂ ਨੇ ਘੇਰਿਆ ਜੀ। ਕਾਕਾ ਰਣਦੀਪ ਸਿੰਘ ਨਾਭਾ ਇਸ ਵਕਤ ਖੇਤੀਬਾੜੀ ਮੰਤਰੀ ਹੈ ਨਾਭੇ ਤੋਂ। ਵਿਕਰਮਜੀਤ ਮਜੀਠੀਆ ਹੋਰਾਂ ਦਾ ਬਹੁਤ ਨੇੜਲਾ ਰਿਸ਼ਤੇਦਾਰ ਹੈ, ਰਹੀਸ ਬੰਦਾ ਹੈ। ਔਰ ਇਹ ਦਾ ਵੀ ਲਾਟਰੀ ਵੀ ਲੱਗੀ ਹੈ ਗਿੱਲ ਸਾਹਿਬ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਾਣਾ ਸੀ, ਨਵਜੋਤ ਸਿੰਘ ਸਿੱਧੂ ਨੇ ਮਸਲਾ ਚੱਕਣਾ ਸੀ। ਸੋ ਕੁਛ ਬੰਦੇ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਆਉਂਦਾ, ਈਵਨ ਚਰਨਜੀਤ ਚੰਨੀ ਹੋਰਾਂ ਦਾ ਮੁੱਖ ਮੰਤਰੀ ਬਣਨਾ ਵੀ ਇਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਜਿਹੜੀ ਐਜੀਟੇਸ਼ਨ ਕੀਤੀ ਗਈ ਉਹਦਾ ਸਾਰਾ ਮਸਲਾ ਹੈਗਾ। ਤਾਂ ਹੁਣ ਕਾਕਾ ਰਣਦੀਪ ਸਿੰਘ ਨੂੰ ਇਸੇ ਮਸਲੇ 'ਚ ਜਿਹੜਾ ਉਹ ਖੇਤੀਬਾੜੀ ਮੰਤਰੀ ਦਾ ਉਹਦਾ ਦਿੱਤਾ ਗਿਆ। ਤਾਂ ਹੁਣ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਗੁਲਾਬੀ ਸੁੰਡੀ ਨੇ ਜਿਹੜੇ ਮਾਲਵਾ ਦੀ ਇਹ ਨਰਮਾ ਪੱਟੀ ਦੀ ਬਿਲਟ ਹੈ, ਬਠਿੰਡਾ ਮਾਨਸਾ ਤੋਂ ਲੈ ਕੇ ਉਹ ਬਾਰਡਰ ਤੱਕ ਫਾਜ਼ਿਲਕਾ ਫਿਰੋਜ਼ਪੁਰ ਤੱਕ ਜਾਂਦੀ ਹੈ ਬਿਲਟ, ਉੱਥੇ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਅਜੇ ਤੱਕ। ਧੇਲਾ ਵੀ ਸਰਕਾਰ ਨੇ ਕਿਹਾ ਸੀ ਅਸੀਂ ਦੀਵਾਲੀ ਤੇ ਦੇਵਾਂਗੇ ਕਿੰਨਾ, ਮੈਕਸੀਮਮ 12,000 ਪਰ ਏਕੜ। 12,000 ਤੋਂ ਵੱਧ ਤਾਂ ਉਹਨਾਂ ਦਾ ਖਰਚਾ ਆਇਆ ਹੋਇਆ। 60,000 ਤੋਂ ਉੱਤੇ ਠੇਕੇ ਚੱਲਦੇ ਨੇ ਪਰ ਏਕੜ ਦੇ, ਜਿਹਨਾਂ ਠੇਕੇ ਤੇ ਲਈ ਉਹ 12,000 ਨਾਲ ਕੀ ਕਰਨਗੇ। ਸੋ ਇਹ ਮਸਲਾ। ਇਸ ਤੋਂ ਇਲਾਵਾ DAP ਖਾਦ ਨਹੀਂ ਆ ਰਹੀ। ਇਹਨਾਂ ਮਸਲਿਆਂ ਦੇ ਉੱਤੇ ਅੱਜ ਕਿਸਾਨਾਂ ਨੇ ਦੀਵਾਲੀ ਵਾਲੇ ਦਿਨ ਜਿਹੜਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦਾ ਘਰ ਘੇਰਿਆ, ਉਹਦੀ ਜਿਹੜੀ ਰਿਹਾਇਸ਼ ਆ ਜੱਦੀ ਉਹ ਘੇਰੀ ਜੀ। ਅੱਛਾ, ਪ੍ਰਧਾਨ ਮੰਤਰੀ ਮੋਦੀ ਉਹਨਾਂ ਨੇ ਵੀ ਹੁਣ ਯਾਤਰਾ ਤੇ ਜਾਣਾ ਜੀ ਕਿਤੇ? ਜੀ ਜੀ, ਹੁਣ ਉਹ ਵੀ ਕੇਦਾਰਨਾਥ ਚੱਲੇ ਨੇ ਜੀ ਪ੍ਰਧਾਨ ਮੰਤਰੀ ਮੋਦੀ ਹੁਰੀ। ਬਸ ਉਹ ਤਾਂ ਰਹਿੰਦੇ ਅਕਸਰ ਯਾਤਰਾ ਦੇ ਉੱਤੇ ਨੇ। ਕੱਲ ਅਯੁੱਧਿਆ ਦੇ ਵਿੱਚ 12 ਲੱਖ ਦੀਵਾ ਗਾ ਜਿਹੜਾ ਉਹ ਬਾਲਿਆ ਗਿਆ। ਅੱਜ ਵੀ 12 ਲੱਖ ਦੀਵਾ ਜਿਹੜਾ ਉਹ ਜਗਾਇਆ ਗਿਆ। ਔਰ ਪ੍ਰਧਾਨ ਮੰਤਰੀ ਜੀ ਅੱਜ ਉੱਥੇ ਦੀ ਬਜਾਏ ਜਿਹੜਾ ਜੰਮੂ ਦੇ ਵਿੱਚ ਭਾਰਤੀ ਫੌਜ ਦੇ ਨਾਲ ਮੈਂ ਸ਼ੁਰੂ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਉਹ ਦੀਵਾਲੀ ਮਨਾ ਰਹੇ ਸੀ। ਸੋ ਕੱਲ ਨੂੰ ਉਹ ਕੇਦਾਰਨਾਥ ਦੇ ਦਰਸ਼ਨਾਂ ਦੇ ਲਈ ਜਿਹੜਾ ਉਹ ਪ੍ਰਧਾਨ ਮੰਤਰੀ ਜੀ ਜਾ ਰਹੇ ਨੇ। ਸੋ ਇਹਨਾਂ ਨੂੰ ਜੇ ਉੱਤਰਾਖੰਡ ਜਾ ਰਹੇ ਨੇ ਜੀ ਤਾਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਵੀ ਜਾਣਾ ਚਾਹੀਦਾ। ਕਿਸਾਨਾਂ ਦੀ ਵੀ ਸਾਰ ਲੈ ਲੈਣੀ ਚਾਹੀਦੀ ਹੈ। 11 ਮਹੀਨੇ ਹੋ ਗਏ ਬੈਠਿਆਂ ਨੂੰ, ਹਰ ਥਾਂ ਜਾਂਦੇ ਨੇ, ਫੌਜ ਕੋਲੇ ਵੀ ਜਾਂਦੇ ਨੇ। ਔਰ ਕਿਸਾਨਾਂ ਦੀ ਵੀ ਸਾਰ ਆ ਜਿਹੜੀ ਇਹਨਾਂ ਨੂੰ ਲੈਣੀ ਚਾਹੀਦੀ ਹੈ ਜੀ। ਅੱਛਾ, ਇੱਕ ਹੋਰ ਦੱਸਿਓ ਕਿ ਸ਼ਰਾਬ ਪੀ ਕੇ ਥਾਣੇਦਾਰ ਬਰਨਾਲੇ ਜ਼ਿਲ੍ਹੇ 'ਚ ਕਿਤੇ ਫਿਰ ਕੀ ਕੀਤਾ ਉਹਨੇ, ਪਾਇਆ ਖਲਾਰਾ? ਜੀ 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 ਗਿੱਲ ਸਾਹਿਬ, ਖਲਾਰਾ ਹੀ ਪਾ ਰਿਹਾ ਸੀਗਾ ਜੀ। ਉਧਰੋਂ SSP ਵੀ ਬੀਬੀ ਜੀ ਇੱਥੇ ਅਲਕਾ ਮੀਨਾ, ਉਹ ਇੱਥੇ SSP ਇਸ ਵਕਤ ਔਰਤ ਲੇਡੀਜ਼ ਹੈ, ਉਹਨਾਂ ਨੇ ਫੋਨ ਕਰ ਲਿਆ ਜੀ। ਫਿਰ SSP ਸਾਹਿਬ ਨੇ ਉਹਨੂੰ ਕਿਹਾ ਵੀ ਆ ਜਾ ਥਾਣੇ, ਅੱਜ ਦੀਵਾਲੀ ਵਾਲੇ ਦਿਨ ਹੀ ਇਹ ਘਟਨਾਕ੍ਰਮ ਹੋਇਆ। ਤੇ ਉਹ ਜਦੋਂ ਆਏ ਤਾਂ ਉਸ ਤੋਂ ਬਾਅਦ ਉਹਦਾ ਮੈਡੀਕਲ ਕਰਵਾਇਆ ਗਿਆ ਜੀ, ਜਿਹਦੇ ਸ਼ਰਾਬ ਪੀਤੀ ਨਿਕਲਿਆ ਹੀ, ਔਰ ਉਹਨੂੰ ਨਾਲ ਦੀ ਨਾਲ ਸਸਪੈਂਡ ਕਰ ਦਿੱਤਾ ਗਿਆ ਜੀ। ਧੰਨਵਾਦ ਜੀ, ਬਹੁਤ ਬਹੁਤ। ਤੇ ਕੱਲ ਨੂੰ ਫੇਰ ਵਾਪਸ ਆ ਕੇ ਕਰਾਂਗੇ ਗੱਲਾਂ ਬਾਤਾਂ ਨਵੀਆਂ ਖਬਰਾਂ ਦੇ ਨਾਲ। ਤੇ ਆਪਣੀ ਦੀਵਾਲੀ ਵਧੀਆ ਮਨਾਓ। 10:30 ਵੱਜ ਗਏ, ਆਨੰਦ ਕਰੋ ਤੇ ਸਾਰੇ ਪਰਿਵਾਰ ਨੂੰ ਫੇਰ ਇੱਕ ਵਾਰ ਵਧਾਈਆਂ ਜੀ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸਰ ਨਵਕਿਨ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰ ਰਹੇ ਸੀ। ਪੱਤੀ ਸੇਖਵਾਂ ਬਰਨਾਲਿਓਂ। ਤੇ ਦੀਵਾਲੀ ਮਨਾਈ ਜਾ ਰਹੀ ਹੈ ਪੰਜਾਬ 'ਚ, ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ। 9:45 ਹੋਏ ਸੀ ਜੀ, ਹੋਏ ਨੇ ਸੌਰੀ। ਤੇ ਦੀਵਾਲੀ ਬੰਦੀ ਛੋੜ ਦਿਵਸ ਦਾ ਦਿਨ ਹੈ, ਪਰ ਮੀਂਹ ਸਾਰਾ ਦਿਨ ਹੀ ਅੱਜ ਪੈਣਾ। ਸੁੱਕੀ ਜਿਹੜੀ ਦੀਵਾਲੀ ਹੈ, ਕਈ ਵਾਰ ਪਿੰਡਾਂ 'ਚ ਬੰਦੇ ਕਹਿੰਦੇ ਵੀ ਯਾਰ ਸੁੱਕੀ ਉਹ ਦੀਵਾਲੀ ਨਿਗਾਤੀ, ਪਰ ਸਾਡੀ ਤਾਂ ਗਿੱਲੀ ਉਹ ਰਹਿੰਦੀ ਹੈ ਇੱਥੇ। ਅੱਛਾ, ਇੱਕ ਇਹ ਤਿਉਹਾਰ ਦੀ
ਵੱਡੀ ਖਾਸੀਅਤ ਹੈ। ਮੇਰੇ ਖਿਆਲ ਸਾਲ ਦਾ ਇੱਕੋ ਹੀ ਵੱਡਾ ਤਿਉਹਾਰ ਹੈ ਜਿਸ ਨੂੰ ਸਾਰੇ ਭਾਰਤ 'ਚ ਬਹੁਤ ਜ਼ੋਰ ਦੇ ਨਾਲ ਮਨਾਇਆ ਜਾਂਦਾ, ਚਾਅ ਦੇ ਨਾਲ। ਕਿ ਕਿਹੋ ਜਿਹੀ ਆਰਥਿਕ ਹਾਲਤ ਹੈ, ਹਰ ਇੱਕ ਇਨਸਾਨ ਦਾ ਇਸ ਦਿਨ ਦੇ ਉੱਪਰ ਪੂਰੀ ਖੁਸ਼ੀ ਹੁੰਦੀ ਹੈ। ਪਿੰਡਾਂ ਦੇ ਵਿੱਚ ਆਪਾਂ ਦੇਖਦੇ ਹਾਂ, ਜੇ ਕੋਈ ਪਰਿਵਾਰ ਹੋਵੇ ਜਿਹੜਾ ਆਰਥਿਕ ਪੱਖੋਂ ਮਾੜਾ ਹੋਵੇ, ਉਹਦੇ ਲਈ ਖਾਸ ਤੌਰ 'ਤੇ ਪਿੰਡ ਦੇ ਵਿੱਚ ਖਿਆਲ ਰੱਖਿਆ ਜਾਂਦਾ ਵੀ ਚਲੋ ਵੀ ਫਲਾਣੇ ਨੂੰ ਉਹਦੀ ਦੀਵਾਲੀ ਦੇ ਕੇ ਆਓ, ਉਹਨੂੰ ਸੱਦੋ, ਉਹਨੂੰ ਕਹਿੰਦੇ ਦਿਨੇ ਖੜੇ ਕਰਦੇ ਖੜੇ ਦਿਨ 'ਤੇ ਸਮੇਂ ਉਹਨੂੰ ਕਹੇ ਗੇੜਾ ਮਾਰ ਕੇ ਜਾਈ ਬਈ ਆਥਣੇ, ਉਹਨੂੰ ਕਹਿ ਦੇ। ਅਤੇ ਚਾਅ ਮਲਾਰ ਬਹੁਤ ਹੁੰਦੇ, ਸਾਫ ਸਫਾਈ ਘਰਾਂ ਦੀ ਹੁੰਦੀ, ਧਾਰਮਿਕ ਸਥਾਨਾਂ ਦੀ ਸਫਾਈ ਕਰਦੇ ਅਤੇ ਫਿਰ ਇਸ ਨੂੰ ਬਹੁਤ ਜ਼ੋਰ ਨਾਲ ਮਨਾਇਆ ਜਾਂਦਾ। ਠੀਕ ਹੈ, ਵਕਤ ਦੇ ਸਮੇਂ ਦੇ ਅਨੁਸਾਰ ਕੁਝ ਨਾ ਕੁਝ ਬਦਲਾਅ ਚਾਹੀਦਾ ਹੈ। ਪੋਲਿਊਸ਼ਨ ਬਹੁਤ ਹੈ, ਪਟਾਕੇ ਵਗੈਰਾ ਜਿਹੜੇ ਨੇ ਉਹ ਘਟਾਉਣੇ ਚਾਹੀਦੇ ਨੇ। ਦੀਵਾਲੀ ਦਾ ਜਿਹੜਾ ਅੱਜ ਅਲ ਜਜ਼ੀਰਾ ਨੇ ਕੁਝ ਖਬਰਾਂ ਫੋਟੋਆਂ ਛਾਪੀਆਂ, ਅਯੋਧਿਆ ਦੇ ਵਿੱਚ ਜਿਹੜੀ ਦੀਵਾਲੀ ਮਨਾਈ ਗਈ ਹੈ, ਜਿਹੜੀ ਦੱਸ ਕੇ ਗਿਆ ਨਵਕਿਰਨ, ਉੱਥੇ ਦਰਿਆ ਵਗਦਾ ਇੱਕ ਛੋਟਾ ਜਿਹਾ, ਅਤੇ ਉਹਦੇ ਸਰਯੂ ਜਿਹੜਾ ਉਹਦੇ ਆਲੇ ਦੁਆਲੇ ਮਤਲਬ ਦੀਵੇ ਹੀ ਦੀਵੇ ਨੇ, ਬਹੁਤ ਮਨਮੋਹਕ ਜਿਹੜਾ ਦ੍ਰਿਸ਼ ਆ। ਇਸੇ ਤਰ੍ਹਾਂ ਹੀ ਸਾਰੇ ਧਾਰਮਿਕ ਸਥਾਨ ਇੱਥੇ ਵੀ ਕੱਲ੍ਹ ਆਥਣੇ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਕੋਲੋਂ ਜਾਂ ਤੁਸੀਂ ਸਕਾਟ ਤੋਂ ਲੰਘਦੇ ਹੋ, ਬਹੁਤ ਰੌਣਕ ਸੀ। ਇਸ ਤਰ੍ਹਾਂ ਹੀ ਦਰਬਾਰ ਸਾਹਿਬ ਨੂੰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜਦ ਇੱਥੇ ਪਹੁੰਚੇ ਗਵਾਲੀਅਰ ਤੋਂ, ਤਾਂ ਬਹੁਤ ਖੁਸ਼ੀ ਜਿਹੜੀ ਮਨਾਈ ਗਈ ਅਤੇ ਬਹੁਤ ਵਧੀਆ ਦ੍ਰਿਸ਼ ਹੁੰਦਾ। ਜੇ ਤੁਸੀਂ ਹੁਣ ਦੇਖਣਾ ਹੈ, ਦੇਖ ਹੀ ਰਹੇ ਆਪਾਂ, ਜਾਂ ਲਾਈਵ ਕੀਰਤਨ ਹੁੰਦਾ, ਬਹੁਤ ਚੰਗਾ, ਬਹੁਤ ਸੋਹਣਾ ਲੱਗਦਾ। ਅੱਛਾ, ਦੀਵਾਲੀ ਮਨਾਉਣ ਦੀ ਹੁਣ ਬਹੁਤਾਤ ਤਾਂ ਆਪਣੀ ਇੱਥੇ ਵੀ ਹੈ, ਪਰ ਜਿਹੜੀ ਪੰਜਾਬ ਦੀ ਦੀਵਾਲੀ ਹੈ ਉਹਦਾ ਤੋੜ ਨਹੀਂ ਹੈ। ਪਤਾ ਨਹੀਂ, ਅਲੱਗ ਕਿਸਮ ਦਾ ਚਾਅ ਮਲਾਰ ਹੈ ਤਾਂ ਧਰਮ ਦੀ ਗੱਲ। ਇਹ ਦੋਨੇ ਹੀ, ਜੇ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਗੱਲ ਕਰੀਏ, ਧਾਰਮਿਕ ਰੰਗ ਹੈ। ਪਰ ਇਸ ਦਿਨ ਜਿਹੜੀ ਜਾਨਵਰਾਂ ਦਾ ਜੀਆ ਘਾਤ, ਜਿਹੜਾ ਵੱਢ ਟੁੱਕ ਹੁੰਦੀ ਹੈ, ਉਹਨਾਂ ਨੂੰ ਖਾਣ ਦੀ, ਸ਼ਰਾਬ ਪੀਣ ਦੀ, ਜੂਆ, ਇਹ ਜਿਹੜਾ ਜਦ ਧਾਰਮਿਕ ਕੋਈ ਵੀ ਜਿਹੜਾ ਧਰਮ ਦੇ ਨੇੜੇ ਹੈ ਅਤੇ ਕਿਸੇ ਨੂੰ ਪ੍ਰਚਾਰਕ ਨੂੰ ਸੁਣੋ, ਇਹ ਕਹਿੰਦੇ ਐਡਾ ਦਿਨ ਧਰਮ ਕਰਮ ਵਾਲਾ ਹੁੰਦਾ, ਇਹਦੇ 'ਤੇ ਵੱਧ ਤੋਂ ਵੱਧ ਇਬਾਦਤ ਹੋਣੀ ਚਾਹੀਦੀ ਹੈ, ਰੱਬ ਨੂੰ ਅਰਦਾਸਾਂ ਹੋਣੀਆਂ ਚਾਹੀਦੀਆਂ ਕਿ ਸੁੱਖ ਰਹੇ, ਸਭ ਠੀਕ ਹੋਵੇ। ਸਿੱਖ ਧਰਮ ਦੇ ਵਿੱਚ ਬਹੁਤ ਵੱਡੀ ਇੱਕ ਗੱਲ ਕਿ ਭਾਈ ਸਾਹਿਬ ਭਾਈ ਮਨੀ ਸਿੰਘ ਹੋਰਾਂ ਦਾ ਵੀ ਦੀਵਾਲੀ ਨਾਲ ਸੰਬੰਧ ਹੈ। ਦੀਵਾਲੀ ਦਾ ਹੀ ਇਕੱਠ ਸੀ ਜਾਂ ਜ਼ਕਰੀਏ ਨੂੰ 10,000 ਰੁਪਈਆਂ ਦੀ ਗੱਲ ਹੋਈ, 5,000 ਦੇ ਅਤੇ 5,000 ਜਿਹੜਾ ਬਾਅਦ 'ਚ ਦੇਣਾ ਸੀ, ਪਰ ਜਸਪਤ ਨੂੰ ਭੇਜ ਕੇ ਲਖਪਤ ਦੇ ਭਾਈ ਨੂੰ ਪੂਰੀ ਤਿਆਰੀ ਕਰਕੇ ਸਾਰੀ ਦੀ ਸਾਰੀ ਲੀਡਰਸ਼ਿਪ ਨੂੰ ਅੰਮ੍ਰਿਤਸਰ ਪਹੁੰਚੀ ਨੂੰ ਸ਼ਹੀਦ ਕਰਨ ਦਾ ਜਾਂ ਮਨਸੂਬਾ ਭਾਈ ਸਾਹਿਬ ਭਾਈ ਮਨੀ ਸਿੰਘ ਉਹਨਾਂ ਨੂੰ ਪਤਾ ਲੱਗਿਆ, ਉਹਨਾਂ ਨੇ ਛੇਤੀ ਰੁਕੇ ਭੇਜ ਕੇ ਸਾਰੇ ਵੱਡੇ ਜਥੇ ਰੋਕੇ, ਅਤੇ ਮੁੜ ਕੇ ਜ਼ਕਰੀਆ ਬਜ਼ਿੱਦ ਹੋ ਗਿਆ ਕਿ ਨਾ 5,000 ਸਾਡਾ ਮੋੜੋ। ਵਿਸਾਖੀ ਵੀ ਲੰਘ ਗਈ ਅਤੇ ਅਖੀਰ ਗ੍ਰਿਫਤਾਰ ਕਰਕੇ ਨਾਲ ਸਿੱਖ ਸਨ, ਉਹਨਾਂ ਸਿੱਖਾਂ ਦੇ ਵੀ ਬੰਦ ਕੱਟੇ ਗਏ। ਉਹਨਾਂ ਦੇ ਨਾਂ ਬਹੁਤ ਘੱਟ ਮਿਲਦੇ ਨੇ, ਪਰ ਕਿਸ ਤਰ੍ਹਾਂ ਟੋਕੇ ਦੇ ਨਾਲ ਬੰਦ ਕੱਟ ਕੇ ਭਾਈ ਸਾਹਿਬ ਭਾਈ ਮਨੀ ਸਿੰਘ ਨੂੰ ਸ਼ਹੀਦ ਕੀਤਾ ਗਿਆ, ਇਹ ਵੀ ਦੀਵਾਲੀ 'ਤੇ ਜਿਹੜਾ ਉਸ ਨੂੰ ਉਹਨਾਂ ਨੂੰ ਯਾਦ ਕਰਨ ਦੀ ਗੱਲ ਹੈ। ਬਹੁਤ ਵੱਡੀ ਜਿਹੜੀ ਉਹ ਕਹਾਣੀ ਹੈ। ਜ਼ਕਰੀਏ ਦੇ ਵੱਲੋਂ ਉਹਦੀ ਜਿਹੜੀ ਮੁਹਿੰਮ ਉਹਨੇ ਸ਼ੁਰੂ ਕੀਤੀ ਗਈ ਜਦ ਅੰਮ੍ਰਿਤਸਰ ਸਾਹਿਬ ਦੇ ਵਿੱਚੋਂ ਸਿੱਖ ਚਲੇ ਗਏ, ਪਰ ਭਾਈ ਸਾਹਿਬ ਭਾਈ ਮਨੀ ਸਿੰਘ ਉੱਥੇ ਹੀ ਰਹੇ। ਉਹਨਾਂ ਨੇ ਬਾਣਾ ਆਪਣਾ ਇੱਕ ਅਲੱਗ ਕਿਸਮ ਦਾ ਬਦਲ ਕੇ ਸੂਫੀਆਨਾ ਰੂਪ ਦੇ ਵਿੱਚ ਉਹ ਉੱਥੇ ਹੀ ਰਹੇ, ਗਏ ਨਾ ਕਿਤੇ ਵੀ, ਅਤੇ ਅਖੀਰ ਫਿਰ ਸ਼ਹੀਦੀ ਦਿੱਤੀ। ਬਹੁਤ ਵੱਡੇ ਪਰਿਵਾਰ ਦੇ ਵਿੱਚੋਂ ਭਾਈਆਂ ਨੇ, ਭਤੀਜਿਆਂ ਨੇ, ਪੁੱਤਰਾਂ ਨੇ, ਸਾਰਿਆਂ ਨੇ ਸ਼ਹੀਦੀ ਜਿਹੜੀ ਦਿੱਤੀ ਹੈ। ਕਿਸੇ ਦਿਨ
ਸਾਰਾ ਉਹਨਾਂ ਦਾ ਕੱਢ ਕੇ ਪਰਿਵਾਰ ਦਾ 13 ਸਾਲ ਦੀ ਉਮਰ 'ਚ ਕਹਿੰਦੇ ਸ਼੍ਰੀ ਅਨੰਦਪੁਰ ਸਾਹਿਬ ਗਏ। 90 ਸਾਲ ਦੀ ਉਮਰ ਦੇ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਸ਼ਹੀਦ ਹੋਏ। 77 ਸਾਲ ਕੌਮ ਦੇ ਲੇਖੇ ਲਾਏ। ਇਹ ਯੋਧਿਆਂ ਦੇ ਕਰਕੇ ਹੀ ਕੌਮ ਹੈ ਜਿਹੜੀ ਅੱਜ ਤੱਕ ਬਚੀ ਹੋਈ ਹੈ। ਸਰਬੱਤ ਦੇ ਭਲੇ ਦੀ ਅੱਜ ਗੱਲਬਾਤ ਹੋਏਗੀ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਨਵੰਬਰ ਦੇ ਦਿਨ ਦੀਵਾਲੀ ਵੀ ਇਹਨਾਂ ਦਿਨਾਂ 'ਚ ਆਉਂਦੀ ਹੈ ਅਤੇ ਕੌਮ 'ਤੇ ਹੋਏ ਜ਼ੁਲਮ ਦੀ ਦਾਸਤਾਂ ਵੀ ਇਹਨਾਂ ਦਿਨਾਂ 'ਚ ਨਵੰਬਰ ਦੇ ਪਹਿਲੇ ਹਫ਼ਤੇ 'ਚ ਦਿੱਲੀ, ਬੋਕਾਰੋ, ਕਾਨਪੁਰ ਅਤੇ ਹੋਰ ਸ਼ਹਿਰਾਂ ਦੇ ਵਿੱਚ ਕੀ ਕੀ ਕੁਛ ਹੋਇਆ। ਬੰਗਾਲ ਦੇ ਵਿੱਚ ਬਹੁਤ ਵੱਡੀ ਸਿੱਖਾਂ ਦੀ ਵਸੋਂ ਸੀ। 1-2 ਘਟਨਾਵਾਂ ਹੋਈਆਂ ਪਾਨਾਗੜ੍ਹ ਅਤੇ ਆਸਨਸੋਲ ਦੇ ਏਰੀਏ 'ਚ। ਜੋਤੀ ਬਾਸੂ ਦਿੱਲੀ ਸੀ, ਸਪੈਸ਼ਲ ਜਹਾਜ਼ ਰਾਹੀਂ ਜਾ ਕੇ ਸਾਰਾ ਬੰਗਾਲ ਉਸਨੇ ਸੀਜ਼ ਕੀਤਾ। ਉਹ ਕਹਿੰਦਾ ਬਿਲਕੁਲ ਕੋਈ ਸਿੱਖ ਨੂੰ ਜਿਹੜਾ ਕੋਈ ਕਿਸੇ ਵੱਲ ਕੋਈ ਘੱਟ ਗਿਣਤੀ ਵੱਲ ਝਾਕ ਨਹੀਂ ਸਕਦਾ। ਬਲੱਡ ਡੋਨੇਸ਼ਨ ਦੀ ਗੱਲ ਚੱਲੇਗੀ। ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ। ਫਰੀਵੇ ਮਾਜਦਾ ਤੋਂ ਤੁਸੀਂ ਮਾਜਦਾ ਦੀਆਂ ਗੱਡੀਆਂ ਖਰੀਦ ਸਕਦੇ ਹੋ। freewayMazda.ca 'ਤੇ ਜਾਣਕਾਰੀ ਲੈ ਸਕਦੇ ਹੋ। 0.5% ਜਿਹੜਾ ਤੁਸੀਂ ਹੁਣ 0.5% 'ਤੇ ਗੱਡੀਆਂ ਮਿਲਦੀਆਂ ਨੇ, ਫਾਈਨੈਂਸ ਕਰਦੇ ਨੇ। 104 ਤੇ 154 ਅਤੇ ਐਜੈਕਸ ਕਾਰ ਆਫ ਦਾ ਈਅਰ ਦੂਜੀ ਵਾਰ ਇਹ ਇਹਨਾਂ ਨੂੰ ਮਿਲਿਆ। ਜਿਹੜਾ ਡਿਜ਼ਾਈਨ ਇਹਨਾਂ ਗੱਡੀਆਂ ਦਾ ਬਹੁਤ ਵਧੀਆ, ਕਰਾਫਟਮੈਨਸ਼ਿਪ ਹੈ ਜਿਹੜੀ ਡਿਜ਼ਾਈਨ ਤੋਂ ਬਾਅਦ ਜਿਹੜੀ ਬਣਾਈ ਹੈ ਗੱਡੀ ਉਹ ਬਹੁਤ ਵਧੀਆ। ਡਰਾਈਵਿੰਗ ਬੜੀ ਸੌਖੀ ਹੈ, ਮੋਟਰ ਅਤੇ ਸਾਰਾ ਕੁਝ ਬਹੁਤ ਸਮੂਥ ਹੈ। ਮਾਜ਼ਦਾ ਦੀਆਂ ਗੱਡੀਆਂ ਫਰੀਵੇ ਮਾਜ਼ਦਾ ਤੋਂ ਤੁਸੀਂ ਲੈ ਕੇ ਆਇਓ, ਯਾਦ ਰੱਖਿਓ। ਘੱਟ ਗਿਣਤੀਆਂ 'ਤੇ ਜਦ ਜ਼ੁਲਮ ਹੁੰਦਾ, ਜ਼ੁਲਮ ਜਿਹੜਾ ਹੋਣਾ ਹੈ ਉਹ ਰਾਜਧਾਨੀ 'ਚੋਂ ਹੋਣਾ ਅਤੇ ਰਾਜਧਾਨੀ ਦੀ ਗੱਲ ਫਿਰ ਚੱਲਦੀ ਹੈ। ਪਰ ਕਦੇ ਕਦੇ ਇਤਿਹਾਸਕ ਵਰਤਾਰੇ ਅਜਿਹੇ ਹੋ ਜਾਂਦੇ ਨੇ ਜਿਨ੍ਹਾਂ ਨੂੰ ਕੋਈ ਚਿਤਵਦਾ ਨਹੀਂ ਹੈ। ਅਸਲ ਚਿਤਵਦਾ ਤਾਂ ਨਹੀਂ ਕਿ ਘੁੱਗ ਵੱਸਦੀ ਕਿਸੇ ਕੌਮ ਨੂੰ ਇਉਂ ਲੱਗਦਾ ਹੁੰਦਾ ਵੀ ਇੱਥੇ ਸਾਨੂੰ ਕੁਛ ਨਹੀਂ ਹੈ। ਬਹੁਤ ਵਾਰ ਆਪਾਂ ਗੱਲ ਕੀਤੀ ਕਿ ਸਦੀਆਂ ਤੋਂ ਯਹੂਦੀ ਬੰਦੇ ਜਰਮਨੀ ਦੇ ਵਿੱਚ ਰਹਿੰਦੇ ਸੀ, ਜਰਮਨ ਲੋਕਾਂ ਨਾਲ ਰਹਿੰਦੇ ਸੀ, ਕੰਮ ਕਰਦੇ, ਸੋਨੇ ਦੀਆਂ ਦੁਕਾਨਾਂ ਸੀ, ਪੈਸਾ ਧੇਲਾ ਬਹੁਤ ਸੀ। ਪਰ ਸੁਰਲੋ ਜਦ ਹੋਣ ਲੱਗ ਗਈ ਅਤੇ ਅੰਦਰ ਜਦ ਵਿਉਂਤਬੰਦੀ ਹੋ ਗਈ, ਪਤਾ ਉੱਦਣ ਲੱਗਿਆ ਜਦੋਂ ਸਿਨਾਗੋਗ ਤੇ ਬਸਤੀਆਂ ਦੀਆਂ ਬਸਤੀਆਂ 'ਤੇ ਹਮਲਾ ਹੋਇਆ। ਹਿਟਲਰ ਨੂੰ ਜ਼ੋਰ ਦੇ ਦਿੱਤਾ ਅਤੇ ਹਿਟਲਰ ਨੇ ਸੁਨੇਹਾ ਮਿਲ ਗਿਆ। ਉਸ ਤੋਂ ਬਾਅਦ ਫਿਰ ਔਸ਼ਵਿਜ਼ ਦੇ ਕੈਂਪ ਨੇ ਅਤੇ 60 ਲੱਖ ਯਹੂਦੀਆਂ ਦੇ ਮਰਨ ਦੀ ਗੱਲ ਹੈ। ਸ਼ਹੀਦੀ ਹੋਈ ਹੈ ਉਹ ਜਾਂ ਟਾਇਰੈਂਟ ਦੇ ਹੱਥੋਂ ਕੋਈ ਬੇਕਸੂਰ ਮਰਦਾ ਹੈ। ਇਸ ਤਰ੍ਹਾਂ ਹੀ ਇਹ ਨਹੀਂ ਹੈ ਕਿ ਇਹਨਾਂ ਦਿਨਾਂ 'ਚ ਅਸੀਂ ਯਾਦ ਕਰਦੇ ਹਾਂ ਜੂਨ ਅਤੇ ਨਵੰਬਰ ਬਈ ਸਿੱਖਾਂ ਨਾਲ ਹੀ ਮਾਈਨੋਰਿਟੀਜ਼ ਦੇ ਤੌਰ 'ਤੇ ਹੁੰਦਾ। ਦੁਨੀਆ ਦੇ ਵਿੱਚ ਮਾਈਨੋਰਿਟੀ ਹੈ ਜਿਹੜੀ ਯਹੂਦੀ ਲੋਕਾਂ ਨਾਲ ਹੁਣ ਵੇਖ ਲਓ, ਉਹਨਾਂ ਦੀ ਯਹੂਦੀ ਲੋਕਾਂ ਤੋਂ ਬਾਅਦ ਫਲਸਤੀਨ ਦੇ ਲੋਕਾਂ ਨਾਲ ਵੇਖ ਲਓ। ਸੈਟਲਮੈਂਟ ਦੇ ਥੱਲੇ ਉਹਨਾਂ ਦੀ ਹਿੱਕ 'ਤੇ ਜਿਹੜੀਆਂ ਕੰਕਰੀਟ ਦੀਆਂ ਬਿਲਡਿੰਗਾਂ ਬਣ ਸਕਦੀਆਂ ਨੇ ਖਤਮ ਹੋ ਗਏ। ਗਾਜ਼ਾ ਦੇ ਵਿੱਚ ਖੂੰਜੇ ਲਾਤੇ, ਉੱਧਰੋਂ ਪਾਣੀ ਅਤੇ ਇੱਧਰੋਂ ਇਜ਼ਰਾਈਲ ਹੈ। ਦੂਜੇ ਬੰਨੇ ਵੈਸਟ ਬੈਂਕ ਦੇ ਵਿੱਚ ਆਲੇ ਦੁਆਲੇ ਦੇ ਲੈਬਨਾਨ ਅਤੇ ਜਾਰਡਨ ਅਤੇ ਜਿਹੜੇ ਆਲੇ ਦੁਆਲੇ ਦੇ ਗੁਆਂਢੀ ਦੇਸ਼ ਨੇ, ਮਿਸਰ ਨਾਲ ਬਣਨ ਲੱਗ ਗਈ। ਕਿੱਥੇ ਅਰਬ ਵਰਲਡ ਦੇ ਸਿਰ 'ਤੇ ਕਦੇ ਫਲਸਤੀਨੀਆਂ ਨੂੰ ਮਿਲਦਾ ਇਲਾਕਾ ਉਹਨਾਂ ਨੇ ਲਿਆ ਨਾ, ਅਤੇ ਕੋਈ ਨਹੀਂ ਬੋਲ ਰਿਹਾ। ਹੌਲੀ ਗੱਲਾਂ ਖਤਮ ਹੋ ਰਹੀਆਂ ਨੇ। ਪਹਿਰਾ ਨਹੀਂ ਹੈ, ਪਹਿਰਾ ਲਾ ਲਓ ਜਾਂ ਫਿਰ ਮਹਿਕੂਮ ਜਿਹੜੇ ਨੇ ਉਹਨਾਂ ਵੱਲ ਖੜਨ ਦੀ ਜਗ੍ਹਾ ਜਰਵਾਣੇ ਨਾਲ ਲੋਕ ਖੜਨ ਲੱਗ ਗਏ। ਇਸੇ ਤਰ੍ਹਾਂ ਹੀ ਪਿਛਲੇ ਲਗਭਗ 22 ਵਰ੍ਹਿਆਂ ਤੋਂ ਇੱਕ ਮੁਹਿੰਮ ਜਿਹੜੀ ਸ਼ੁਰੂ ਹੋਈ ਸਰੀ ਦੇ ਵਿੱਚੋਂ ਕੁਝ ਦੋਸਤਾਂ ਮਿੱਤਰਾਂ ਪਿਆਰਿਆਂ ਨੇ ਰਲ ਕੇ, ਹਮਖਿਆਲੀਆਂ ਨੇ ਰਲ ਕੇ ਖੂਨਦਾਨ ਦੀ ਜਿਹੜੀ ਮੁਹਿੰਮ ਜਿਹਦਾ ਸਲੋਗਨ ਇਹ ਸੀ ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ। ਚਲੋ ਇੱਕ ਗੁਰੂ ਦੀ ਕਿਰਪਾ ਹੋ ਗਈ, ਸਿੱਖ ਨੇਸ਼ਨ ਵਾਲਿਆਂ ਵੱਲੋਂ ਨਹੀਂ ਹੁਣ ਕਹਿੰਦੇ, ਹੁਣ ਕੌਮੀਅਤ ਦੀ ਗੱਲ ਹੋ ਗਈ। ਅੱਗੇ ਪਹਿਲਾਂ ਗਰੁੱਪ ਨੂੰ ਕਹਿੰਦੇ ਸਿੱਖ ਨੇਸ਼ਨ ਵਾਲਿਆਂ ਵੱਲੋਂ। ਸੋ ਅੱਜ ਇਸ ਮੁਹਿੰਮ ਦੀ ਗੱਲ ਹੋਊ ਜਿਹਦੇ ਵਿੱਚ ਸਰਦਾਰ ਸੁਖਦੀਪ ਸਿੰਘ ਮੇਰੇ ਨਾਲ ਨੇ। ਯਾਦ ਹੈ ਏਅਰਪੋਰਟ 'ਤੇ ਅਸੀਂ ਟੈਕਸੀਆਂ ਚਲਾਉਂਦੇ, ਦੂਜੇ ਦਿਨ ਅਸੀਂ ਭਾਈ ਰਲ ਕੇ ਯਾਦਵਿੰਦਰ ਸਿੰਘ ਅਤੇ ਸੁਖਦੀਪ ਸਿੰਘ, ਸੱਜਣ ਸਿੰਘ ਗਰੇਵਾਲ, ਸੁਨੀਲ, ਮੈਂ ਅਤੇ
ਲਖਵੀਰ ਸਿੰਘ ਕੰਗ, ਅਸੀਂ ਸਾਰੇ ਰਲ ਕੇ ਇੱਕ ਦਿਹਾੜੀ ਲਾਉਂਦੇ, ਦੂਜੇ ਦਿਨ ਅਸੀਂ ਫਿਰ ਇਸ ਤਰ੍ਹਾਂ ਕੋਸ਼ਿਸ਼ ਕਰਦੇ ਕਿ ਭਾਈ ਸੁਨੇਹਾ ਦਈਏ, ਬੱਚਿਆਂ ਨੂੰ ਡਰਾਇੰਗਸ ਬਣਾਉਣ ਨੂੰ ਦਿੱਤੀਆਂ ਬਈ ਅਲੱਗ ਤਰੀਕੇ ਦੇ ਨਾਲ ਅਸੀਂ ਇਸ ਨੂੰ ਮਨਾਉਣਾ। ਅਤੇ ਉਹ ਮੁਹਿੰਮ ਅੱਜ 22 ਵਰ੍ਹੇ ਹੋ ਗਏ, ਕਾਲੀਆਂ ਦਾੜ੍ਹੀਆਂ ਤੋਂ ਚਿੱਟੀਆਂ ਹੋ ਗਈਆਂ। ਅਤੇ ਸੁਖਦੀਪ ਸਿੰਘ ਅੱਜ ਮੇਰੇ ਨਾਲ ਨੇ। ਅੱਜ ਉਸੇ ਤਰ੍ਹਾਂ ਹੀ ਅਸੀਂ ਭਰਾ ਬੈਠੇ ਹਾਂ ਜਿਵੇਂ ਕਿਤੇ ਅਸੀਂ ਏਅਰਪੋਰਟ ਦੇ ਵੇਟਿੰਗ ਏਰੀਏ 'ਚ ਬੈਠ ਕੇ ਜਾਂ ਕਾਰਾਂ ਵਿੱਚ ਬੈਠ ਕੇ ਵਿਚਾਰ ਕਰਦੇ। ਕੋਈ ਥਿਵ ਗਏ, ਕੋਈ ਨਵੇਂ ਜੁੜ ਗਏ, ਕਈਆਂ ਕੋਈ ਪਰਿਵਾਰ 'ਚ ਬਿਜ਼ੀ ਹੋ ਗਏ, ਕਈਆਂ ਨੇ ਸਿਹਤ ਦੀ ਕੋਈ ਇਸ਼ੂ ਹੋ ਗਿਆ। ਸੋ ਪਰ ਮੁਹਿੰਮਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ੀ ਕੌਮ ਦੀ ਇਹ ਮੁਹਿੰਮ ਅੱਜ ਦਿਸ ਹੱਦਿਆਂ ਤੋਂ ਬਾਹਰ ਹੋ ਗਈ। ਦੁਨੀਆ ਦੇ ਵਿੱਚ ਨਵੰਬਰ ਦੇ ਪਹਿਲੇ ਹਫ਼ਤੇ ਕੌਮ ਧਾ ਕੇ ਬਲੱਡ ਨੇਸ਼ਨ ਬਾਈ ਸਿੱਖ ਨੇਸ਼ਨ ਦਾ ਇੱਕ ਨਾਅਰਾ ਦੇ ਕੇ ਰੂਹਾਂ ਜਿਹੜੀਆਂ ਉਹਨਾਂ ਨੂੰ ਜਗਾਉਂਦੀ ਹੈ, ਸਰੀਰ ਨਾੜ ਦੇ ਵਿੱਚ ਸੂਈ ਲੱਗਦੀ ਹੈ ਤਾਂ ਗੁਲਜ਼ਾਰ ਆਉਂਦਾ ਹੈ। ਤਾਂ ਇਸ ਦੇ ਵਿੱਚ ਜਿੱਥੇ ਜਾਨਾਂ ਬਚਦੀਆਂ ਉੱਥੇ ਕਾਤਲ ਨੂੰ ਸੁਨੇਹਾ ਵੀ ਅਸੀਂ ਤੈਨੂੰ ਭੁੱਲੇ ਨਹੀਂ। ਸੋ ਸਰਦਾਰ ਸੁਖਦੀਪ ਸਿੰਘ ਹੋਣਾ ਤੋਂ ਇਸ ਬਾਰੇ ਦੀ ਮੁਹਿੰਮ ਦੇ ਬਾਰੇ ਗੱਲਬਾਤ ਕਰਾਂਗੇ। ਭਾਈ ਸਾਹਿਬ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ, 22 ਵਰ੍ਹਿਆਂ ਦਾ ਸਫ਼ਰ ਹੈ, ਤੁਸੀਂ ਬੇਰੋਕ ਬੇਟੋਕ ਲੱਗੇ ਰਹੇ। ਸਾਡੀ ਗੈਰ ਹਾਜ਼ਰੀਆਂ ਵਿੱਚੋਂ ਸਾਡੀਆਂ ਡਿਊਟੀਆਂ ਹੋਰ ਕਿਤੇ ਲੱਗ ਗਈਆਂ, ਪਰ ਤੁਸੀਂ ਹੋਰ ਨਵੇਂ ਬਹੁਤ ਇਸ ਸਫ਼ਰ ਦੇ ਵਿੱਚ ਆ ਗਏ। ਮੁਲਾਂਕਣ ਵੀ ਕਰਾਂਗੇ, ਅੱਜ ਗੱਲਾਂ ਬਾਤਾਂ ਵੀ ਕਰਾਂਗੇ। ਪਹਿਲਾਂ 22 ਵਰ੍ਹਿਆਂ ਦੇ ਸਫ਼ਰ ਦੇ ਬਾਰੇ ਦੱਸੋ, ਕੀ ਮਹਿਸੂਸ ਕਰਦੇ? ਵੀਰ ਜੀ, ਤੁਸੀਂ ਆਪਦੀ ਜਿਹੜੀ ਸ਼ੁਰੂਆਤ 'ਚ ਭੂਮਿਕਾ ਦੇ ਵਿੱਚ 2-3 ਐਡੇ ਕੁ ਅਹਿਮ ਪੁਆਇੰਟ ਟੱਚ ਕੀਤੇ ਆ ਜਿਹੜੇ ਸੱਚੀ ਇਸ ਕੰਪੇਨ ਦੀ ਰੂਹ ਵੀ ਨੇ ਅਤੇ ਸਾਨੂੰ ਸਾਰਿਆਂ ਨੂੰ ਉਹ ਰਲ ਕੇ ਵਿਚਾਰਨ ਦੀ ਵੀ ਲੋੜ ਆ। ਇਹ ਤੁਸੀਂ ਬਿਲਕੁਲ ਦਰੁਸਤ ਕਿਹਾ, ਇਹ ਕੌਮ ਦੀ ਮੁਹਿੰਮ ਆ। ਪੱਤੇ ਆਉਂਦੇ ਆ, ਪੱਤੇ ਝੜਦੇ ਜਾਂਦੇ ਆ। ਇਹ ਗੁਰੂ ਨਾਨਕ ਪਾਤਸ਼ਾਹ ਦਾ ਉਹ ਗੁਲਜ਼ਾਰ ਬੂਟਾ ਜਿਹਨੇ ਸਦਾ ਹੀ ਦੁਨੀਆ ਨੂੰ ਠੰਡ ਪਹੁੰਚਾਈ ਆ। ਸੋ ਤੁਸੀਂ ਕੁਛ ਨਾਂ ਲਏ ਆ, ਬਹੁਤ ਵੀਰ ਅੱਜ ਆਪਣੇ ਇਸ ਧਰਤੀ 'ਤੇ ਵੀ ਹੈ ਨਹੀਂ, ਕੱਲ੍ਹ ਨੂੰ ਆਪਾਂ ਨਹੀਂ ਹੋਣਾ ਨਹੀਂ, ਬਿਲਕੁਲ ਠੀਕ ਆ। ਪਰ ਇਹ ਗੁਰੂ ਨਾਨਕ ਪਾਤਸ਼ਾਹ ਦੀ ਕੌਮ ਇਸੇ ਧਰਤੀ 'ਤੇ ਇਸੇ ਲੁਕਾਈ ਨੂੰ ਆਈਂ ਠੰਡ ਵਰਤਾਉਂਦੀ ਰਹੂਗੀ। ਨਵੀਆਂ ਪੀੜ੍ਹੀਆਂ ਆਉਣਗੀਆਂ, ਨਵੀਆਂ ਜ਼ਮੀਨਾਂ ਵਾਹੁਣਗੀਆਂ, ਨਵੇਂ ਮੁਕਾਮ 'ਤੇ ਪਹੁੰਚਣਗੀਆਂ, ਕਿਉਂਕਿ ਇਹ ਸੋਚ ਇਸ ਦੁਨੀਆ 'ਤੇ ਸੋਚ ਦੀ ਜਿਹੜੀ ਹੋਂਦ ਆ, ਇਹ ਮਨੁੱਖਤਾ ਨੂੰ ਬਚਾਉਣ ਲਈ ਅਤੇ ਜਿਹਦੇ ਨਾਲ ਖੜਨ ਦੀ ਜ਼ਰੂਰਤ ਆ ਨਾ, ਮਜ਼ਲੂਮ ਨਾਲ ਖੜਨ ਲਈ, ਉਹਦੇ ਲਈ ਸਰਜੀ ਕੌਮ ਆ ਇਹ। ਇਹਨੇ ਆਪਦੇ ਦੁੱਖ ਦਰਦ ਦੇ ਤਾਂ ਭਾਈਵਾਲ ਹੈ ਹੀ, ਪਰ ਇਹਨੇ ਲੁਕਾਈ ਦੇ ਨਾਲ ਖੜਨਾ, ਹਰ ਜ਼ਰੂਰਤਮੰਦ ਦੇ ਨਾਲ ਖੜਨਾ, ਇਹ ਇਸ ਕੌਮ ਦਾ ਇਸ ਧਰਤੀ 'ਤੇ ਹੋਣ ਦਾ ਮਨੋਰਥ ਆ। ਸੋ ਜਿਹੜੇ ਪਿਛਲੇ 22 ਵਰ੍ਹੇ ਆ ਉਹਦੇ ਵਿੱਚ ਇੱਕ ਚੀਜ਼ ਬੜੀ ਸਪਸ਼ਟ ਹੈਗੀ ਆ, ਜਦੋਂ ਵੀ ਕੋਈ ਵੀ ਕੌਮਾਂ ਜਾਂ ਲੋਕ ਆਪਣੇ ਨਿੱਜ ਤੋਂ ਉੱਠ ਕੇ ਤੁਰਦੇ ਆ, ਉਹਦੇ ਰਿਜ਼ਲਟ ਨੇ ਜੀ। ਜਦੋਂ ਆਪਦੇ ਨਿੱਜ ਤੋਂ ਉੱਠ ਕੇ ਪੂਰੀ ਸਮੁੱਚੀ ਕੌਮ ਦੇ ਲਈ, ਕਿਉਂਕਿ ਡੇ 1 ਤੋਂ ਇਸ ਕੰਪੇਨ ਦਾ ਇੱਕੋ ਹੀ ਹੋਕਾ, ਇਹਦਾ ਕੋਈ ਵਾਲੀ ਵਾਰਸ ਆ ਤਾਂ ਗੁਰੂ ਨਾਨਕ ਪਾਤਸ਼ਾਹ ਵਾਲੀ ਵਾਰਸ ਆ, ਬਾਕੀ ਸਾਰੇ ਇਹਦੇ ਵਲੰਟੀਅਰ ਨੇ, ਬੱਚੇ ਨੇ। ਸੋ ਉਹ ਇੱਕ ਬੜਾ ਨਿਰਾਲਾ ਸਫ਼ਰ ਆ। ਅਤੇ ਤੁਸੀਂ ਤਾਂ ਬਿਲਕੁਲ ਉਹਦੇ ਵਿਟਨੈਸ ਹੋ ਵੀ ਸਰੀ ਦੀ ਇੱਕ ਲੋਕੇਸ਼ਨ ਤੋਂ ਕਿੰਗ ਜਾਰਜ ਤੇ ਠਾੜ ਤੋਂ ਸ਼ੁਰੂ ਹੋ ਕੇ ਇਹ ਕੰਪੇਨ ਅੱਜ ਪੂਰੇ ਕੈਨੇਡਾ ਦੇ ਹਰ ਸ਼ਹਿਰ ਦੇ ਵਿੱਚ ਆ। ਕਾਰਨ ਇੱਕੋ ਹੀ ਆ ਵੀ ਇਹ ਕੌਮ ਦੀ ਕੰਪੇਨ ਆ। ਇਹ ਕਿਸੇ ਇੱਕ ਸੁਖਦੀਪ ਸਿੰਘ ਦੀ, ਕਿਸੇ ਇੱਕ ਹਰਜੀਤ ਸਿੰਘ ਦੀ, ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਕੰਪੇਨ ਨਹੀਂ ਹੈ। ਸੋ ਉਹ ਜਿਹੜਾ ਸਫ਼ਰ ਆ, ਉਹ ਫਿਰ ਇੱਕ ਕੌਮੀ ਕਾਫਲਾ, ਜਿਹੜਾ ਪਰਵਾਨਿਆਂ ਦਾ ਕਾਫਲਾ, ਉਹ ਹਰ ਨਵੀਂ ਮੰਜ਼ਿਲ ਨੂੰ ਸਰ ਕਰਦਾ ਹੋਇਆ ਵੱਧ ਰਿਹਾ ਜੀ। ਅੱਛਾ ਭਾਈ ਸਾਹਿਬ, ਇੱਕ ਕਈ ਵਾਰ ਜਿਹੜੇ ਵਾਹਨ 'ਤੇ ਬੈਠੇ ਹੋਈਏ ਅਤੇ ਆਪਣਾ ਪਤਾ ਹੋਵੇ ਫਲਾਣੀ ਜਗ੍ਹਾ ਨੂੰ ਜਾਣਾ ਹੈ ਨਾ, ਕਈ ਵਾਰ ਵਿੱਚ ਬੈਠਾ ਹੀ ਬੰਦਾ ਕਹਿੰਦਾ ਖਾਨੀ ਤੇਲ ਮੁੱਕ ਜੂ ਟਰੈਕਟ ਦਾ, ਬਲਦਾਂ ਨੂੰ ਸਵਾਰ ਕੇ ਸੰਨੀ ਕੀਤੀ ਆ ਕਿ ਨਹੀਂ, ਆਪਣੇ ਆਪ 'ਤੇ ਮਾਣ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਇਹ ਗੱਲ ਲੱਗਦੀ ਵੀ ਯਾਰ ਸਰੀ ਤੋਂ ਬਾਹਰ ਟੱਪੂ ਇਹ। ਅਤੇ ਪਰ ਅੱਜ ਮੈਂ ਕਹਿੰਦਾ ਕੈਨੇਡਾ ਤੋਂ ਬਾਹਰ ਵੀ ਬਹੁਤ ਦੇਸ਼ਾਂ ਦੇ ਵਿੱਚ ਗਰੁੱਪ ਨੇ ਜਿਹੜੇ ਇਸ ਦਿਨ ਨੂੰ ਯਾਦ ਕਰਦੇ ਆ। ਬਿਲਕੁਲ ਤੁਸੀਂ ਦਰੁਸਤ ਕਿਹਾ ਵੀਰ ਜੀ, ਕਿਉਂਕਿ ਆਪਾਂ ਆਪਣੀਆਂ ਸੀਮਾਵਾਂ, ਤੁਸੀਂ ਮੈਂ ਜਾਂ ਕੋਈ ਵੀ ਆਪਾਂ ਆਪਣੀ ਇੱਕ ਲੈਵਲ ਤੱਕ ਸੋਚ ਸਕਦਾ ਅਤੇ ਇੱਕ ਲੈਵਲ ਤੱਕ ਹੀ ਕਰ ਸਕਦਾ ਕੁਛ,
ਪਰ ਕੌਮ ਦੀ ਕੋਈ ਸੀਮਾ ਨਹੀਂ ਹੈਗੀ। ਅੱਜ ਆਪਾਂ ਦੇਖਿਆ ਜਦੋਂ ਦੁਨੀਆ ਦੇ ਵਿੱਚ ਵੱਡੀਆਂ ਵੱਡੀਆਂ ਤਾਕਤਾਂ, ਜਦੋਂ ਆਹ ਕੋਵਿਡ ਦਾ ਪ੍ਰਕੋਪ ਹੋਇਆ, ਰੋਟੀ ਤੋਂ ਆਰੀ ਹੋ ਗਈਆਂ, ਪਰ ਗੁਰੂ ਦੇ ਘਰ 'ਚ ਕਦੇ ਲੰਗਰ ਦੀ ਤੋੜ ਆਈ ਆ? ਨਹੀਂ ਹੈ। ਤੇ ਉੱਥੇ ਆਪਾਂ ਖਾਸ ਕਰਕੇ ਉਸ ਧਰਤੀ ਤੇ ਸਟੇਟ ਕੋਲ ਕਿੰਨੇ ਰਿਸੋਰਸ ਹੁੰਦੇ ਆ, ਹੱਥ ਖੜੇ ਕਰਤੇ, ਪਰ ਕੌਮ ਨੇ ਨਹੀਂ ਹੱਥ ਖੜੇ ਕੀਤੇ। ਉਹਨੇ ਹਰ ਦੀ ਬਾਂਹ ਫੜੀ ਆ। ਉਹਦਾ ਕਾਰਨ ਕੀ ਆ? ਦੋ ਆ। ਇੱਕ ਤਾਂ ਉਹਦੇ ਵਿੱਚ ਉਸ ਕਰਤੇ ਦੀ ਬਖਸ਼ਿਸ਼ ਆ, ਉਸ ਅਕਾਲ ਪੁਰਖ ਨੂੰ ਬੰਦਾ ਨਿਸ਼ਚਾ ਕਰਕੇ ਤੁਰਦਾ, ਉਹ ਕਿਸੇ ਹੋਰ ਛੋਟੀਆਂ ਮੋਟੀਆਂ ਪਾਵਰਾਂ ਤੇ ਨਹੀਂ ਨਿਸ਼ਚਾ ਰੱਖਦਾ। ਜਦੋਂ ਫਿਰ ਉਸ ਤੇ ਨਿਸ਼ਚਾ ਤੇ ਉਹ ਫਿਰ ਕਲਾ ਵੀ ਵਰਤਾਉਂਦਾ। ਉਹਦੇ ਵਿੱਚ ਇੱਕ ਅਥਾਹ ਸਮੁੰਦਰ ਜਿੰਨੀ ਸ਼ਕਤੀ ਆ। ਪਰ ਇਹ ਤੁਸੀਂ ਬਿਲਕੁਲ ਕਿਹਾ, ਜਦੋਂ ਆਪਾਂ ਵਿਅਕਤੀਆਂ ਦੇ ਤੌਰ ਤੇ ਸੋਚਦੇ ਹਾਂ ਇੱਕ ਦੋ ਦੇ, ਫਿਰ ਨਹੀਂ ਤੁਹਾਡੀਆਂ ਕਿਆਸ ਰਾਈਆਂ 'ਚ ਚੀਜ਼ ਆਉਂਦੀ, ਕਿਉਂਕਿ ਬੰਦਿਆਂ ਦੀ ਪਹੁੰਚ ਤੇ ਕੌਮਾਂ ਦੀ ਪਹੁੰਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਆ। ਇਸ ਕਰਕੇ ਵਿਅਕਤੀਆਂ ਦੇ ਤੌਰ ਤੇ ਕੋਈ ਵੀ ਸੋਚੂਗਾ ਜਾਂ ਸੋਚਦਾ ਸੀ, ਉਹਨੂੰ ਐਂ ਲੱਗਦਾ ਸੀ ਵੀ ਸ਼ਾਇਦ ਐਬਸਪੋਰਟ ਤੱਕ ਹੋ ਜੂ ਜਾਂ ਵਿਕਟੋਰੀਆ ਤੱਕ ਹੋ ਜੂ, ਪਰ ਨਹੀਂ। ਗੁਰੂ ਪਾਤਸ਼ਾਹ ਦੀ ਕੌਮ ਨੇ ਇਹ ਦਿਖਾਤਾ ਵੀ ਉਹਦੇ ਬੱਚੇ ਬੱਚੀਆਂ ਜਦੋਂ ਉੱਠਦੇ ਨੇ ਫਿਰ ਉਹ ਨੇਰੀ ਠਾਲ ਦਿੰਦੇ ਨੇ। ਇੱਕ ਸਕੂਲ ਆਫ ਥਾਟ ਆਪਣੇ ਨਾਲ ਪੈਰਲਲ ਚੱਲਿਆ, ਜਦ ਸੋ ਕਾਲਡ ਗਰਮ ਖਿਆਲੀਆਂ ਨੂੰ ਆਪਾਂ ਕਹਿੰਦੇ, ਉਹ ਕਹਿੰਦੇ ਕੀ ਫਾਇਦਾ ਖੂਨ ਪਹਿਲਾਂ ਉਹਨਾਂ ਨੇ ਡੋਲਤਾ, ਖੂਨ ਫਿਰ ਕਢਾਈ ਜਾਂਦੇ ਹੋ। ਇਹਦਾ ਸੁਨੇਹਾ ਜਿਹੜਾ ਹੈ, ਮੈਂ ਵੀ ਇੱਕ ਦਿਨ ਇਹ ਗੱਲ ਕਰ ਰਿਹਾ ਸੀ, ਜਿਹੜੀ ਤੁਸੀਂ ਹੁਣ ਕੋਵਿਡ ਦੀ ਗੱਲ ਕੀਤੀ, ਮੈਂ ਕਿਹਾ ਯਾਰ ਸੋਚ 'ਚ ਫਰਕ ਪਿਆ। ਜਿਹੜੀ ਦਿੱਲੀ ਦੇ ਵਿੱਚ ਉਹਨਾਂ ਗਲੀਆਂ ਦੇ ਵਿੱਚ ਧੁਆਂਖੇ ਹੋਏ ਮਾਸ ਦੀਆਂ ਬੂ ਜਿਹੜੀ 1 ਮਹੀਨਾ ਆਉਂਦੀ ਰਹੀ, ਜਿਹਦੇ ਵਿੱਚ ਡੈਜ਼ਿਗਨੇਟਡ ਇੱਕ ਵਿਡੋ ਕਲੋਨੀ ਬਣੀ ਜਿਹੜੀ ਦੁਨੀਆ 'ਚ ਕਿਤੇ ਨਹੀਂ ਹੈ, ਤੇ ਜਿੱਥੇ ਸਰੀਰ ਸਿੱਖਾਂ ਦੇ ਕੁੱਤੇ ਖਿੱਚ ਕੇ ਲਿਜਾਂਦੇ ਰਹੇ ਤੇ ਬ੍ਰਿਗੇਡ ਆਉਂਦੇ ਰਹੇ, ਜਿੰਦੇ ਤੋੜਨ ਵਾਲੇ ਅਲੱਗ, ਲੱਠ ਮਾਰ ਅਲੱਗ, ਅੱਗ ਲਾਉਣ ਵਾਲੇ ਅਲੱਗ, ਰੇਪ ਕਰਨ ਵਾਲੇ ਅਲੱਗ, ਤੇ ਖੋਹ ਖਿੰਝ ਕਰਨ ਵਾਲੇ ਅਲੱਗ। ਮਾਵਾਂ ਦਾਦੀਆਂ ਜਿਹੜੀਆਂ ਉਸ ਉਮਰਾਂ ਦੇ ਉੱਪਰ ਵੀ ਜ਼ੁਲਮ ਹੋਇਆ। ਪਰ ਮੈਂ ਇੱਕ ਦਿਨ ਗੱਲ ਕਰਦਾ ਸੀ ਵੀ ਯਾਰ ਉਹੀ ਦਿੱਲੀ ਦੇ ਵਿੱਚ ਆਕਸੀਜਨ ਦੇ ਸਿਲੰਡਰ, 4-4 ਪਦਾਰਥਾਂ ਨਾਲ ਪ੍ਰਸ਼ਾਦੇ, ਲਾਈਨਾਂ ਲੱਗੀਆਂ ਨੇ, ਥਾਲ ਖੜਕਦੇ ਨੇ ਘੜਿਆਲਾਂ ਵਾਂਗੂ, ਤੇ ਸੋਚ 'ਚ ਕੋਈ ਫਰਕ ਪਿਆ। ਜਿੱਥੇ ਐਂ ਲੱਗਦਾ ਕੋਈ ਵੀ ਜਿਵੇਂ ਹੁਣ ਕੱਲ੍ਹ ਦੀ ਉਹ ਫੇਰ ਇੱਕ ਖਬਰ ਆ, ਇੱਕ ਸਿੱਖ ਬੱਚਾ ਉਹਨਾਂ ਨੇ ਮਾਰਿਆ, ਉਹਦਾ ਕਾਰਨ ਕੋਈ ਵੀ ਹੋ ਸਕਦਾ ਹੈ। ਕਿਤੇ ਐਂ ਹੋ ਸਕਦਾ ਵੀ ਭੀੜ ਭੱਜੀ ਆਉਂਦੀ ਹੋਵੇ ਦਿੱਲੀ, ਦੁਬਾਰਾ ਤੁਸੀਂ ਤੇ ਮੈਂ ਖੜੇ ਹੋਵੋ, ਉਹ ਆਪਾਂ ਨੂੰ ਦੇਖ ਕੇ ਕਹਿ ਦੂਗੀ ਵੀ ਨਾ ਇਹ ਤਾਂ ਲੰਗਰ ਵਰਤਾਉਣ ਵਾਲੇ ਆ ਯਾਰ। ਕੌਮ ਵੀਰ ਜੀ ਦੇਖੋ, ਇਹਦੇ ਜਦੋਂ ਆਪਾਂ ਜੈਨੋਸਾਈਡ ਨੂੰ ਥੋੜ੍ਹਾ ਜਿਹਾ ਵੀ ਬਰੀਕੀ ਨਾਲ ਦੇਖਣਾ ਨਾ, ਕਈ ਵਾਰ ਇਹ ਲੱਗਦਾ ਹੁੰਦਾ, ਜਾਂ ਇਹ ਦੱਸਣ ਦੀ ਵੀ ਕੋਸ਼ਿਸ਼ ਆ ਵੀ ਜੀ ਲੋਕਾਂ ਦੇ ਵਿੱਚ ਗੁੱਸਾ ਆਇਆ, ਲੋਕ ਬਹੁਤ ਅਪਸੈਟ ਸੀ, ਉਹਨਾਂ ਨੇ ਕਤਲੇਆਮ ਕਰਤਾ। ਤੁਸੀਂ ਹੁਣੀ ਯਹੂਦੀਆਂ ਦੀ ਗੱਲ ਕਰਕੇ ਹਟੇ ਆ। ਦੁਨੀਆ ਦੇ ਵਿੱਚ ਜਿੱਥੇ ਵੀ ਜੈਨੋਸਾਈਡ ਹੋਇਆ, ਕੋਈ ਇਹੋ ਜਿਹੀ ਉਦਾਹਰਨ ਨਹੀਂ ਮਿਲਦੀ ਵੀ ਉਹਨੂੰ ਜੇ ਸਰਕਾਰ ਨੇ ਸਿਸਟੇਮੈਟਿਕ ਸਰਕਾਰੀ ਸਰਪ੍ਰਸਤੀ ਹੇਠ ਨਹੀਂ ਨੇਪਰੇ ਚਾੜਿਆ ਤੇ ਲੋਕਾਂ ਦੇ ਏਡੇ ਵੱਡੇ ਗਿਣਤੀ 'ਚ ਕਤਲੇਆਮ ਹੋ ਗਏ। ਸੋ ਜੈਨੋਸਾਈਡ ਕਰਨ ਵਾਲੀ ਇੱਕ ਸੋਚ ਆ ਬਕਾਇਦਾ, ਤੇ ਅਨਫਾਰਚੂਨੇਟ ਉਹ ਸੋਚ ਸਟੇਟ ਦੇ ਉੱਤੇ ਕਬਜ਼ ਰਹੀ ਆ ਤੇ ਅੱਜ ਵੀ ਆ। ਹੁਣ ਉਹਨਾਂ ਦੇ ਕੋਲ ਇੰਨੀ ਕੁ ਸਮਰੱਥਾ ਹੁੰਦੀ ਆ, ਉਹ ਲੱਗਣ ਲਾ ਦਿੰਦੇ ਆ। ਪਿਛਲਾ ਕੀ ਆ, ਅਗਲਾ ਕੀ ਆ, ਲੋਕਾਂ ਦੀਆਂ ਮੈਮਰੀਆਂ ਦੇ ਵਿੱਚੋਂ ਉਹ ਵੈਪੋਰੇਟ ਹੋ ਜਾਂਦਾ। ਉਹਨਾਂ ਨੂੰ ਅੱਜ ਦੇ ਦੌਰ 'ਚ ਕਿਸੇ ਨੂੰ ਉਹਨਾਂ ਨੇ ਟਾਈਮ ਟੂ ਟਾਈਮ ਆਪਾਂ ਦੇਖਿਆ ਵੀ ਸਿੱਖ ਦਰਿੰਦੇ ਆ ਜੀ, ਅੱਜ ਮੁਸਲਮਾਨ ਦਰਿੰਦੇ ਆ, ਕਿਤੇ ਦਲਿਤ ਸੀਗੇ। ਐਵੇਂ ਜਦੋਂ ਤੁਸੀਂ ਹੋਲੋਕਾਸਟ ਦੀ ਗੱਲ ਕਰਦੇ ਆ, ਉਹ ਇੱਕ ਥਾਟ ਆ, ਇੱਕ ਸੋਚ ਆ, ਜਿਹਨੂੰ ਲੋਕਾਂ ਦੇ ਵਿੱਚ ਉਹ ਇਸ ਤਰੀਕੇ ਨਾਲ ਪ੍ਰਚਾਰਦੇ ਆ। ਇੱਕ ਆਮ ਬੰਦੇ ਨੂੰ, ਜਿਹੜਾ ਆਪਣੇ ਕੋਲ ਬੜੀਆਂ ਐਗਜ਼ਾਮਪਲਾਂ ਪਈਆਂ, ਤੁਸੀਂ ਜਰਮਨ ਦੀ ਗੱਲ ਕੀਤੀ, ਆਪਣੇ ਕੋਲ ਉਸ ਧਰਤੀ ਦੀਆਂ ਪਈਆਂ, ਲੋਕਾਂ ਸਦੀਆਂ ਤੋਂ ਗਵਾਂਢੀ ਭਾਈ ਦੇ ਤੌਰ ਤੇ ਰਹਿ ਰਹੇ ਸੀ, ਪਰ ਅਚਾਨਕ ਉਹਨਾਂ ਨੂੰ ਇਹ ਲੱਗਿਆ ਵੀ ਜਿਹੜਾ ਕੁਛ ਇਹਨਾਂ ਨਾਲ ਹੁੰਦਾ ਇਹ ਠੀਕ ਆ। ਈਵਨ ਆਪਾਂ ਤਾਂ, ਤੁਸੀਂ ਤਾਂ ਵੱਧ ਜਾਣਦੇ ਹੋ, ਮੀਡੀਆ ਦੇ ਵਿੱਚ ਆ, ਜਨਰਲ ਅਰੋੜੇ ਵਰਗੇ ਜਾਂ ਜਿਹੜੇ ਵੀ ਵੱਡੇ ਸਿੱਖ ਸੀ, ਜਿਨ੍ਹਾਂ ਨੂੰ ਇੱਕ ਟਾਈਮ ਲੱਗਦਾ ਸੀਗਾ ਵੀ ਨਹੀਂ ਯਾਰ ਸਿਵਲ ਸੁਸਾਇਟੀ 'ਚ ਬੜੀ ਤਾਕਤ ਆ, ਵੀ ਬਹੁਤ ਸਾਰੇ ਬੜੇ ਸੁਹਿਰਦ ਬੰਦੇ ਆ, ਵੀ ਐਂ ਨਹੀਂ ਹੋਊਗਾ, ਸਾਡੇ ਨਾਲ ਐਂ ਨਹੀਂ ਹੋਊਗਾ। ਪਰ ਉਹਨਾਂ ਸਾਰਿਆਂ ਦੇ ਭੁਲੇਖੇ ਦੂਰ ਹੋ ਗਏ। ਉਹ ਜਿਹੜੇ ਵੀ ਖੇਮਿਆਂ 'ਚ ਬਹਿੰਦੇ ਸੀ, ਬੜੇ ਪੜ੍ਹੇ ਲਿਖੇ, ਇੱਕ ਤਾਂ ਆਪਾਂ ਕਹਿੰਦੇ ਨੇ ਜੀ ਉਹਨਾਂ ਨੇ ਬਸਤੀਆਂ ਵਾਲੇ ਅਨਪੜ੍ਹ ਬੰਦਿਆਂ ਨੂੰ
ਗਮਰਾਹ ਕਰਕੇ ਕਤਲ ਕਰਵਾਤੇ। ਉਹ ਕਹਿੰਦੇ ਵੀ ਜਿਹੜੇ ਸੈਕਸ਼ਨਾਂ ਦੇ ਵਿੱਚ ਅਸੀਂ ਵਿਚਰਦੇ ਸੀਗੇ, ਜਿਹੜੇ ਦਿਮਾਗ ਵੀ ਰੱਖਦੇ ਆ, ਪੜ੍ਹੀਆਂ ਲਿਖੀਆਂ ਹਸਤੀਆਂ ਵੀ ਆ, ਉਹਨਾਂ ਦੇ ਮਾਈਂਡ ਵੀ ਇੰਨੇ ਪੋਇਜ਼ਨਸ ਹੋ ਜਾਣਗੇ, ਇੰਨੇ ਪੋਇਜ਼ਨ ਕਰ ਦਿੱਤੇ ਜਾਣਗੇ ਨੈਕਸਟ ਡੋਰ। ਹਾਂ, ਉਹ ਕਹਿੰਦੇ ਆ ਨਹੀਂ ਯਾਰ, ਇਹ ਡਿਜ਼ਰਵ ਹੀ ਕਰਦੇ ਸੀ, ਇਹ ਡਿਜ਼ਰਵ ਕਰਦੇ ਆ। ਸੋ ਉਹ ਜਿਹੜੀ ਸੋਚ ਆ, ਤੇ ਦੂਜੇ ਬੰਨੇ ਇੱਕ ਸੋਚ ਤੁਸੀਂ ਬਿਲਕੁਲ ਸਹੀ ਕਿਹਾ, ਜਿਨ੍ਹਾਂ ਦੇ ਆਪ ਦੇ ਜਲ ਗਏ, ਉਹ ਕਹਿੰਦੇ ਕੋਈ ਨਾ, ਇਹ ਤਾਂ ਇਨਸਾਨੀਅਤ ਆ, ਇਹ ਅਸੀਂ ਕਰਾਂਗੇ। ਦੋ ਸੋਚਾਂ ਦਾ ਪੈਰਲਲ ਟਕਰਾਵ ਆ। ਇੱਥੇ ਇਹ ਕੈਂਪੇਨ ਗੁਰੂ ਨਾਨਕ ਪਾਤਸ਼ਾਹ ਦੀ ਉਸ ਸੋਚ ਨੂੰ, ਉਸ ਸਿਧਾਂਤ ਨੂੰ, ਜਿਹਦੇ ਵਿੱਚ ਉਹ ਇਹ ਕਹਿੰਦੇ ਆ ਵੀ ਜਿਹੜੀ ਚੀਜ਼ ਨਾਲ ਅਸੀਂ ਬੇਸ਼ੱਕ ਮੁੱਢ ਕਦੀਮੋਂ ਹੀ ਸਹਿਮਤ ਨਹੀਂ, ਜਿਹਨੂੰ ਨਾ ਪਹਿਲੇ ਪਾਤਸ਼ਾਹ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਕਦੇ ਕੋਈ ਸਹਿਮਤੀ ਨਹੀਂ ਪ੍ਰਗਟਾਈ, ਉਹ ਕਹਿੰਦੇ ਦੈਟਸ ਓਕੇ, ਅਸੀਂ ਨਹੀਂ ਸਹਿਮਤ, ਪਰ ਜੇ ਕੋਈ ਧੱਕੇ ਨਾਲ ਲਾਹੂ ਉਹਦੇ ਲਈ ਅਸੀਂ ਸਿਰ ਕਟਵਾ ਲਾਂਗੇ। ਇਹ ਸੋਚ ਜਿਹੜੀ ਆ, ਇਹ ਇੱਕ ਇਹਦੀ ਜ਼ਰੂਰਤ ਅੱਜ ਪੂਰੇ ਵਿਸ਼ਵ ਦੀ, ਜੇ ਅਸੀਂ ਸ਼ਾਂਤੀ ਦੀ ਗੱਲ ਕਰਦੇ ਹਾਂ, ਵੀ ਤੁਸੀਂ ਕੁਛ ਵੀ ਸੋਚਦੇ ਹੋਵੋ, ਤੁਹਾਨੂੰ ਹਰ ਹੱਕ ਆ, ਪਰ ਤੁਹਾਨੂੰ ਕਿਸੇ ਦੇ ਉੱਤੇ ਕੋਈ ਚੀਜ਼ ਥੋਪਣ ਦਾ ਜਾਂ ਉਹਨੂੰ ਜਬਰੀ ਉਹਨੂੰ ਬਦਲਣ ਦਾ ਇਹ ਕੋਈ ਹੱਕ ਨਹੀਂ। ਐਗਜ਼ੀਕਿਊਸ਼ਨ ਆ ਜਿਹੜੀ, ਇੱਕ ਸਕੂਲ ਆਫ ਥਾਟ ਨਾਲ ਇਹ ਚੱਲਦਾ ਹੈ ਬਈ ਜਿਹੜੀ ਤੁਸੀਂ ਕਹਿੰਦੇ ਹੋ ਸੋਚ ਆ, ਪ੍ਰਬਲ ਆ, ਇਹਦਾ ਮਤਲਬ ਬ੍ਰਿਗੇਡ ਤਿਆਰ ਸੀ, ਗਰੁੱਪ ਤਿਆਰ ਸੀ, ਤੇ ਉਹਨਾਂ ਨੂੰ ਥੋੜ੍ਹਾ ਪਤਾ ਸੀ ਵੀ ਇੱਧਰਾਂ ਨੂੰ ਜਾ ਕੇ ਸਤਵੰਤ ਸਿੰਘ ਤੇ ਬਿਆਨ ਸਿੰਘ ਨੇ ਕਤਲ ਕਰ ਦੇਣਾ। ਐਗਜ਼ੀਕਿਊਸ਼ਨ ਕਿਵੇਂ ਹੁੰਦੀ ਹੈ? ਉਹਨਾਂ ਨੂੰ ਇਹ ਪਤਾ ਸੀ ਵੀ ਹਰਮੰਦਰ ਤੇ ਹਮਲਾ ਹੋਇਆ, ਸਿੱਖਾਂ ਨੇ ਇੰਦਰਾ ਨੂੰ ਸਜ਼ਾ ਦੇਣੀ ਆ, ਪਾਪੀ ਨੂੰ ਦੰਡ ਦੇਣ ਦਾ ਪ੍ਰਬਲ ਹੈ, ਤੇ ਐਗਜ਼ੀਕਿਊਸ਼ਨ ਲਈ ਗਰੁੱਪ ਤਿਆਰ ਰੱਖਿਆ ਜਾਵੇ, ਜਾਂ ਸੋਚ ਜਿਹੜੀ ਉਹ ਸਦਾ ਤਿਆਰ ਰਹਿੰਦੀ ਆ ਵੀ ਕੋਈ ਵੀ ਬੜਾ ਜਿਹਾ ਦਰਖਤ ਹਿੱਲੂ ਤੇ ਐਗਜ਼ੀਕਿਊਟ ਹੋ। ਦੇਖੋ, ਟਾਈਮ ਟੂ ਟਾਈਮ ਘਟਨਾਵਾਂ ਕਈ ਵਾਰ ਕ੍ਰੀਏਟ ਕੀਤੀਆਂ ਜਾਂਦੀਆਂ, ਕਈ ਵਾਰ ਘਟਨਾਵਾਂ ਤੋਂ ਫਾਇਦਾ ਲਿਆ ਜਾਂਦਾ, ਪਰ ਉਹਦੀ ਤੁਸੀਂ ਬਿਲਕੁਲ ਕਿਹਾ, ਉਹਦੀ ਜਿਹੜੀ ਜ਼ਮੀਨ ਆ ਉਹ ਬਹੁਤ ਦੇਰ ਤੋਂ ਤਿਆਰ ਕੀਤੀ ਹੁੰਦੀ ਆ। ਇਹ ਨਹੀਂ ਹੁੰਦਾ ਵੀ ਅੱਜ ਕੋਈ ਘਟਨਾ ਵਾਪਰ ਗਈ, ਉਹ ਜਿਵੇਂ ਮਛੇਰੇ ਨਹੀਂ ਜਾਲ ਲੈ ਕੇ ਖੜੇ ਹੁੰਦੇ ਵੀ ਜਦੋਂ ਛੱਲ ਆਈ ਤੇ ਉਦੋਂ ਸੱਟ ਲੈਣਾ। ਸੋ ਉਸ ਤਰੀਕੇ ਨਾਲ ਜਿਹੜੀਆਂ ਵੀ ਇਹ ਫੋਰਸਿਸ ਨੇ, ਜੈਨੋਸਾਈਡਲ ਮਾਈਂਡਸੈਟ ਆ, ਜਾਂ ਜਿਨ੍ਹਾਂ ਨੇ ਕਿਸੇ ਖਿੱਤੇ ਦੇ ਉੱਤੇ ਆਪਣਾ ਕੰਟਰੋਲ ਬਣਾਉਣਾ, ਉਹ ਲਗਾਤਾਰ ਨਿਰੰਤਰ ਕੰਮ ਕਰਦੀਆਂ, ਜਿਹਦੇ ਕਰਕੇ ਇਹ ਬੜਾ ਜ਼ਰੂਰੀ ਆ ਜੇ ਉਹਨਾਂ ਨੂੰ ਟੈਗਲ ਕਰਨਾ ਤਾਂ ਨਿਰੰਤਰਤਾ ਵਿੱਚ ਹੀ ਹੋਊਗਾ, ਕਿਉਂਕਿ ਉਹ ਨਿਰੰਤਰ ਕੰਮ ਕਰਦੀਆਂ। ਤੁਸੀਂ ਜੇ ਨਿਰੰਤਰ ਕੰਮ ਨਹੀਂ ਕਰਦੇ ਉਹਦੇ ਅਗੇਂਸਟ, ਤੁਸੀਂ ਕਦੇ ਵੀ ਸਫਲ ਨਹੀਂ ਹੋ ਸਕਦੇ। ਸੋ ਜਿਹੜੀ ਅੱਜ ਤਾਂ ਆਪਣੇ ਕੋਲ ਕਾਫੀ ਜ਼ਿਆਦਾ ਐਵੀਡੈਂਸ ਆਇਆ ਹੋਇਆ ਵਾ, ਆਪਰੇਸ਼ਨ ਸ਼ਾਂਤੀ ਆਪਾਂ ਬਾਰ-ਬਾਰ ਸੁਣਦੇ ਹਾਂ ਬਈ ਉਹ ਜਿਹੜਾ ਸਮਾਨ ਕੱਲਾ ਆਰਮਡ ਫੋਰਸਿਸ ਕੋਲ ਜਾਂ ਮਿਲਟਰੀ ਦੇ ਕੋਲ ਅਵੇਲੇਬਲ ਹੁੰਦਾ ਸੀ, ਉਹ ਜਨਰਲ ਪਬਲਿਕ ਦੇ ਹੱਥਾਂ 'ਚ ਕਿਵੇਂ ਆ ਗਿਆ, ਰਾਤੋਂ ਰਾਤ ਕਿਵੇਂ ਆ ਗਿਆ। ਇਹਦਾ ਮਤਲਬ ਕੀ ਆ? ਇਹਦੇ ਵਿੱਚ ਜਿਹੜੇ ਜੈਨੋਸਾਈਡ ਨੂੰ ਡਿਫਾਈਨ ਕਰਦੀਆਂ ਚੀਜ਼ਾਂ, ਕੀ ਇਹ ਸਿਸਟੇਮੈਟਿਕ ਸੀ? ਹਜ਼ਾਰਾਂ ਨਾਲ ਉਹਦੇ ਤੱਥ ਪਿਆ ਵੀ ਯੈਸ ਇਹ ਸਿਸਟੇਮੈਟਿਕ ਸੀ। ਕੀ ਇਹ ਸਟੇਟ ਸਪੌਂਸਰਡ ਸੀ? ਹਜ਼ਾਰਾਂ ਤੱਥ ਪਿਆ ਉਹਦੇ ਸਟੇਟ ਸਪੌਂਸਰਡ ਸੀਗਾ। ਕੀ ਇਹ ਬਹੁਤ ਵੱਡੀ ਮਾਤਰਾ 'ਚ ਜਾਂ ਇੱਕ ਥਾਂ 'ਤੇ ਕਨਫਾਈਨਡ ਸੀ ਜਾਂ ਪੂਰੇ ਮੁਲਕ ਪੱਧਰ 'ਤੇ ਹੋਇਆ? ਬਹੁਤ ਐਵੀਡੈਂਸ ਪਏ ਆ। ਹੋਣ ਚਿੱਲੜ ਤਾਂ ਆਪਾਂ ਨੂੰ ਕੱਲ੍ਹ ਪਤਾ ਲੱਗਦਾ, ਦਿੱਲੀ ਦੇ ਜੂ ਦੇ ਵਿੱਚ ਪੂਰਾ ਪਿੰਡ ਖਤਮ ਹੋ ਗਿਆ, ਪੂਰਾ ਪਿੰਡ ਸਾੜ ਦਿੱਤਾ ਹੋਵੇ, 15 ਸਾਲ ਪਤਾ ਨਾ ਲੱਗੇ। ਇਹ ਕੋਈ ਸਮਝਣ ਵਾਲੀ ਗੱਲ ਬਾਕੀ ਰਹਿ ਜਾਂਦੀ ਹੈ। ਆਪਣੇ ਇੱਕ ਪਿੰਡ ਤੋਂ ਤੁਸੀਂ ਸੰਸਕਾਰ ਕਰ ਦਿਓ, ਕਿਸੇ ਬੰਦੇ ਦਾ ਕਤਲ ਹੋਇਆ ਹੋਵੇ ਤੇ ਆਥਣ ਨੂੰ ਥਾਣਾ ਬੈਠਦਾ ਵੀ ਭਾਈ ਬਿਨਾਂ ਪੁੱਛਿਓ ਕਿੱਥੇ ਕਰਦਾ, ਉਹਨਾਂ ਦੀਆਂ ਜ਼ਮੀਨਾਂ ਕਿੱਥੇ ਆ, ਉਹਨਾਂ ਦੇ ਘਰ ਕਿੱਥੇ ਆ, ਉਹ ਸਾਰਾ ਪਿੰਡ ਉੱਜੜ ਪੁੱਜੜ ਗਿਆ। ਤੇ ਇਹ ਵੀ ਹੈ ਨਹੀਂ ਵੀ ਉਹ ਜੀ 10,000 ਮੀਲ ਕਿਤੇ ਉੜੀਸਾ ਦੇ ਜੰਗਲਾਂ 'ਚ ਸੀ, ਦਿੱਲੀ ਦੇ ਮੁੱਢ 'ਚ ਸੀਗਾ ਤੇ ਸਾਨੂੰ ਨਹੀਂ ਸੀ ਪਤਾ, ਬਾਕੀਆਂ ਨੂੰ ਤਾਂ ਪਤਾ ਕੀ ਹੋਣਾ। ਸੋ ਇਹਦਾ ਮਤਲਬ ਕੀ ਹੈ, ਕਿੱਡਾ ਵਾਈਡ ਸਪਰੈਡ ਸੀ ਤੇ ਕਿੱਡਾ ਸਿਸਟੇਮੈਟਿਕ ਸੀਗਾ। ਇਸ ਤਰੀਕੇ ਦਾ ਖਾਸ ਕਰਕੇ ਅੱਜ ਤਾਂ ਆਪਾਂ ਕਹਿੰਦੇ ਹਾਂ ਜੀ ਸੈੱਲ ਫੋਨ ਦਾ ਜ਼ਮਾਨਾ, ਵਟਸਐਪ ਆ, ਇੱਕ ਕਲਿੱਕ ਤੇ ਬੰਦੇ ਇਕੱਠੇ ਹੋ ਜਾਂਦੇ, ਉਦੋਂ ਤਾਂ ਇਹੋ ਜਿਹਾ ਵੀ ਕੁਛ ਹੈ ਨਹੀਂ ਸੀ। ਐਡੇ ਲੈਵਲ ਤੇ ਆਰਗੇਨਾਈਜ਼ ਕਰਨਾ, ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹ ਆ ਵੀ ਉਹ ਜਿਹੜੀ ਸੋਚ ਆ ਉਹ ਉਸੇ ਰਾਤ ਨਹੀਂ ਉੱਠੀ, ਉਹ ਉੱਥੇ ਹੀ ਸੀ। ਤੇ ਉਹਦਾ ਸਬੂਤ ਅੱਜ ਅਸੀਂ ਦੇਖ ਰਹੇ ਹਾਂ ਹਰਜੀਤ ਸਿੰਘ ਵੀਰ, ਉਹਦਾ ਸਬੂਤ ਇਹ ਦੇਖ ਰਹੇ ਹਾਂ, ਜਿਵੇਂ ਤੁਸੀਂ ਕਿਹਾ ਵੀ ਉਹਨਾਂ ਦੀ ਮਨਸ਼ੇ ਕੀ ਨੇ,
ਉਹਨਾਂ ਦੇ ਮਨਸੂਬੇ ਕੀ ਨੇ, ਉਹ ਸੋਚਦੇ ਕੀ ਨੇ ਘੱਟ ਗਿਣਤੀਆਂ ਬਾਰੇ, ਤੇ ਖਾਸ ਕਰਕੇ ਉਹ ਲੋਕਾਂ ਬਾਰੇ ਜਿੱਥੋਂ ਉਹਨਾਂ ਨੂੰ ਲੱਗਦਾ ਵੀ ਇਹ ਸਾਡੇ ਤਖਤ ਦੇ ਭਾਵੇ ਹਿਲਾਉਣ ਦੇ ਸਮਰੱਥ ਨੇ, ਅੱਜ ਉਹ ਟਰਾਲੀਆਂ 'ਚ ਬਹਾਏ ਹੋਏ ਨੇ। ਉਹ ਵੀ ਉਹ ਸੋਚ ਦੀ ਕੰਟੀਨਿਊਟੀ ਆ, ਉਹ ਉਹਨਾਂ ਦੇ ਇਰਾਦੇ ਲੋਕਾਂ ਪ੍ਰਤੀ, ਘੱਟ ਗਿਣਤੀਆਂ ਪ੍ਰਤੀ ਤੇ ਪੂਰੀ ਸੁਸਾਇਟੀ ਪ੍ਰਤੀ, ਉਹਨਾਂ ਦੇ ਜਿਹੜੇ ਇਰਾਦੇ ਤੇ ਮਨਸੂਬੇ ਸਾਫ਼ ਹੋ ਜਾਂਦੇ ਆ, ਭੁਲੇਖੇ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਲੜੀਵਾਰ ਘਟਨਾਵਾਂ ਦੀ ਗੱਲ ਆਪਾਂ ਅਕਸਰ ਕਰਦੇ ਹਾਂ ਬਈ, ਜੇ ਦਿੱਲੀ ਸਾਂਭੀ ਹੁੰਦੀ ਤਾਂ ਗੋਦਰਾ ਨਾ ਹੁੰਦਾ। 84 ਤੋਂ ਪਹਿਲਾਂ ਦੀ ਕੋਈ ਘਟਨਾ ਇਹੋ ਜਿਹੀ ਹੈ ਜਿੱਥੇ ਜੈਨੋਸਾਈਡਲ ਮਾਈਂਡਸੈਟ ਦੀ ਕੋਈ ਲੱਗਦਾ ਹੋਵੇ, ਤੇ 84 ਤੋਂ ਬਾਅਦ ਉਹ ਕਿਵੇਂ ਰਿਪੀਟ ਹੋਈ ਜੇ ਲੋਕਾਂ ਨੇ ਯਾਦ ਨਾ ਕੀਤਾ? 84 ਤੋਂ ਬਾਅਦ ਰਿਪੀਟ ਹੋਣ ਦੀ ਤਾਂ ਬਿਲਕੁਲ ਹੈਗਾ ਵੀ ਇਹ ਤਾਂ ਜਾਣੀ ਆਲਮੋਸਟ, ਚਾਹੇ ਆਪਾਂ ਜਿੰਨੀਆਂ ਵੀ ਗੁਜਰਾਤ 'ਤੇ ਬੁੱਕਸ ਆਈਆਂ ਜਾਂ ਕੋਈ ਵੀ ਉਹਦੀ ਰਿਪੋਰਟ ਆਈ ਆ, ਉਹ ਕਹਿੰਦੇ ਜੇ 84 ਨੂੰ ਸਹੀ ਤਰੀਕਿਆਂ ਦੇ ਨਾਲ ਲੈਸਨ ਦਿੱਤਾ ਹੁੰਦਾ ਤਾਂ 2002 ਗੁਜਰਾਤ ਨਹੀਂ ਸੀ ਹੋਣਾ। ਪਰ ਜਿੱਥੇ ਤੱਕ ਹੈਗਾ ਵੀ ਇਦੋਂ ਪਹਿਲਾਂ ਤਾਂ ਵੀਰ ਜੀ, ਦੂਰ ਦੀ ਤਾਂ ਕੀ, ਮੈਨੂੰ ਖੁਦ ਨੂੰ ਨਹੀਂ ਸੀ ਪਤਾ। ਦਿੱਲੀ ਦੇ ਵਿੱਚ ਦੀ ਮੇਰਾ ਖਿਆਲ ਸੈਂਕੜੇ ਵਾਰ ਲੰਘੇ, ਸੁਣਿਆ ਇਹ ਸੀਗਾ ਵੀ ਜੀ ਇੱਥੇ ਦੰਗੇ ਹੋਏ ਸੀਗੇ, ਕਦੇ ਮਨ 'ਚ ਉੱਠੀ ਨਹੀਂ ਸੀ ਚੀਜ਼ ਵੀ, ਕਿਉਂਕਿ ਪਤਾ ਹੀ ਨਹੀਂ ਸੀ ਉਹਦੀ ਡੀਟੇਲ ਕੀ ਆ, ਉਹ ਅਸਲ 'ਚ ਕਿੱਡੇ ਵੱਡੇ ਲੈਵਲ 'ਤੇ ਹੋਇਆ, ਕੋਈ ਜਾਣਕਾਰੀ ਨਹੀਂ ਸੀ। 2-4 ਅਖਬਾਰੀ ਖਬਰਾਂ ਤੋਂ ਪਤਾ ਸੀ, ਹਾਂਜੀ ਜੀ ਦਿੱਲੀ 'ਚ ਦੰਗੇ ਹੋਏ ਸੀ, ਹਾ ਕਰਦੇ ਸਟੇਸ਼ਨਾਂ ਦੇ ਉੱਤੇ ਉਤਰਦੇ ਸੀ, ਚਾਹ ਪਕੌੜੇ ਖਾਂਦੇ ਸੀਗੇ, ਫੇਰ ਗੱਡੀ ਚੜ੍ਹ ਜਾਂਦੇ ਸੀਗੇ, ਕੋਈ ਅਹਿਸਾਸ ਨਹੀਂ ਸੀਗਾ। ਵਿਡੋ ਕਲੋਨੀ ਕਿੱਥੇ ਆ, ਕਦੇ ਜਾ ਕੇ ਦੇਖੀਏ, ਕੁਛ ਨਹੀਂ ਸੀਗਾ। ਕਿਉਂਕਿ ਗੱਲ ਹੈਗੀ ਆ, ਇਹੀ ਤਾਂ ਹੈ ਵੀ ਮੈਮਰੀਆਂ ਸ਼ਾਰਟ ਕਰ ਦਿੱਤੀਆਂ ਜਾਂਦੀਆਂ, ਉਹਦੇ ਉੱਤੇ ਗਰਦਾ ਗਵਾਰ ਇੰਨਾ ਉਡਾ ਦਿੱਤਾ ਜਾਂਦਾ ਕਿ ਪਤਾ ਹੀ ਨਹੀਂ ਲੱਗਦਾ ਕੀ ਹੋਇਆ। ਉੱਥੇ ਤਾਂ 3000 ਸਾਲ ਦੀ ਹਿਸਟਰੀ ਪਈ ਆ। ਬੋਧੀਆਂ ਨਾਲ ਦੇਖ ਲਈਏ ਆਪਾਂ, ਦਲਸ ਨਾਲ ਦੇਖ ਲਈਏ, ਬੰਦੇ ਤੋਂ ਦਿਨੇ ਨਿਕਲ ਨਹੀਂ ਸੀ ਸਕਦੇ, ਲੇਡੀਜ਼ ਜਿਹਨੇ ਨਿਕਲਣੀਆਂ ਤਾਂ ਬ੍ਰੈਸਟ ਨੰਗੀਆਂ ਕਰਕੇ ਨਿਕਲਣਾ ਪੈਂਦਾ ਸੀ ਦਲਿਤ ਭੈਣਾਂ ਮਾਵਾਂ ਨੂੰ। ਸੋਚ ਸਕਦੇ ਹਾਂ ਅਸੀਂ? ਇਹ ਕੋਈ ਮਿਥਿਹਾਸ ਨਹੀਂ, ਇਹ ਹਿਸਟਰੀ ਆ, ਤੇ ਅੱਜ ਵੀ ਵਾਪਰ ਰਹੀ ਆ ਹਿੰਦੁਸਤਾਨ ਦੇ ਹਿੱਸਿਆਂ 'ਚ। ਆਪਾਂ ਨੂੰ ਪਤਾ ਕਿਵੇਂ ਵਿਚਾਰਿਆਂ ਨੂੰ ਫਿਰ ਦਰਖਤਾਂ ਦੇ ਨਾਲ ਟੰਗ ਦਿੱਤਾ ਜਾਂਦਾ। ਸੋ ਇਹ ਤਾਂ ਭਰੀ ਪਈ ਆ ਹਿਸਟਰੀ। ਪਰ ਅਨਫਾਰਚੂਨੇਟ ਕੀ ਆ, ਅਨਫਾਰਚੂਨੇਟ ਇਹ ਆ ਵੀ ਜਿਹੜਾ ਮੀਡੀਆ ਵਾ ਜਾਂ ਜਿਨ੍ਹਾਂ ਦਾ ਕੰਟਰੋਲ ਆ, ਉਹ ਗਰਦਾ ਗਵਾਰ ਇੰਨਾ ਉਡਾ ਦਿੰਦਾ, ਉਹ ਸਾਨੂੰ ਬਿਜ਼ੀ ਇਹਨਾਂ ਚੀਜ਼ਾਂ 'ਚ ਕਰ ਦਿੰਦਾ, ਸਾਨੂੰ ਪਤਾ ਹੀ ਨਹੀਂ ਲੱਗਦਾ, ਸਾਨੂੰ ਆਪ ਨੂੰ ਨਹੀਂ ਪਤਾ ਲੱਗਦਾ। ਜਿਵੇਂ ਨਹੀਂ ਡੱਡੂ, ਇੱਕ ਫਰੋਗ ਪੈਨ ਥਿਊਰੀ ਸਾਈਕੋਲੋਜੀ 'ਚ ਪੜ੍ਹਾਉਂਦੇ ਆ ਵੀ ਡੱਡੂ ਨੂੰ ਪਾਣੀ 'ਚ ਬਹਾ ਦਿਓ, ਠੰਡੇ ਪਾਣੀ 'ਚ, ਉਹਨੂੰ ਇੰਨਾ ਕੁ ਸਲੋ ਸੇਕ ਗਰਮ ਕਰਨ ਲੱਗ ਜਾਓ, ਉਹਦੀ ਬੋਡੀ ਅਡਾਪਟ ਕਰਦੀ ਰਹਿੰਦੀ ਹੈ। ਜਦੋਂ ਉਹ ਇਸ ਲੈਵਲ 'ਤੇ ਚਲਾ ਜਾਂਦਾ, ਜਾਨੂੰ ਉਹਦੇ ਆਰਗਨ ਕਲੈਪਸ ਹੋਣ ਲੱਗ ਜਾਂਦੇ ਆ, ਉਹ ਤਾਂ ਉੱਠਿਆ ਹੀ ਨਹੀਂ ਜਾਂਦਾ, ਉਹ ਪੈਨ 'ਚ ਹੀ ਉੱਬਲ ਜਾਂਦਾ। ਸਾਡੀ ਉਹ ਹਾਲਤ ਹੋਈ ਆ ਲੋਕਾਂ ਦੀ, ਸਾਡੀ ਕੌਮ ਦੀ। ਸਾਨੂੰ ਇੰਨੇ ਸਿਸਟੇਮੈਟਿਕ ਤੇ ਸਲੋ ਤਰੀਕੇ ਦੇ ਨਾਲ ਉਬਾਲ ਰਹੇ ਆ, ਜਦੋਂ ਸਾਨੂੰ ਪਤਾ ਲੱਗਦਾ ਵੀ ਆ ਕਿਸੇ ਚੀਜ਼ ਦਾ ਨਾ, ਉਦੋਂ ਤਾਂ ਬਸ ਆਖਰੀ ਚੀਜ਼ ਹੁੰਦੀ ਆ, ਉਦੋਂ ਬਾਅਦ ਸਾਤੋਂ ਨਹੀਂ ਛਾਲ ਵੱਜਦੀ। ਸੋ ਇਹ ਲੜਾਈ ਨਿਰੰਤਰਤਾ ਦੀ ਲੜਾਈ ਆ, ਸਮਝਣ ਦੀ ਲੜਾਈ ਹੈ, ਕੰਟੀਨਿਊਟੀ ਆ। ਵਪਾਰਕ ਸੰਦੇਸ਼ਾਂ ਤੋਂ ਬਾਅਦ ਵਾਪਸ ਆ ਕੇ ਇੱਥੋਂ ਹੀ ਫੇਰ ਗੱਲ ਜਿਹੜੀ ਅੱਗੇ ਤੁਰੂਗੀ। ਇਸ ਦੀ ਗੱਲਬਾਤ ਚੱਲ ਰਹੀ ਹੈ। ਸਰਦਾਰ ਸੁਖਦੀਪ ਸਿੰਘ ਮੇਰੇ ਨਾਲ ਨੇ ਤੇ ਇਸ ਮੁਹਿੰਮ ਦੇ ਬਾਰੇ ਹੁਣ ਗੱਲਬਾਤ ਕਿ ਕਦ ਖੂਨਦਾਨ ਕੈਂਪ ਜਿਹੜੇ ਲੱਗ ਰਹੇ ਨੇ। ਬਹੁਤ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਜਿਹੜੀਆਂ ਦ੍ਰਿਸ਼ਮਾਨ ਨਹੀਂ ਹੁੰਦੀਆਂ, ਤੇ ਜਿਵੇਂ ਦਰਿਆ ਦਾ ਇੱਕ ਰੂਪ ਹੈ, ਝਰਨਿਆਂ ਦੇ ਕੋਲੋਂ ਖੜਾਕ ਪਾਉਂਦਾ ਹੈ ਤੇ ਫਿਰ ਵਾਦੀਆਂ ਦੇ ਵਿੱਚ ਆ ਕੇ ਚੁੱਪ ਕਰਦਾ ਹੈ, ਫਿਰ ਕਿਤੇ ਖੜਾਕ ਪਾਉਂਦਾ, ਅਖੀਰ ਦੇ ਵਿੱਚ ਜਾਂ ਸਮੁੰਦਰ ਦਾ ਰੂਪ ਹੁੰਦਾ ਤੇ ਫਿਰ ਹੋਰ ਸ਼ਾਂਤ ਹੁੰਦਾ। ਸੋ ਇਸੇ ਤਰ੍ਹਾਂ ਹੀ ਇਹ ਮਨੁੱਖਤਾ ਦੀਆਂ ਲਹਿਰਾਂ ਨੇ। ਅਸੀਂ ਇਕੱਲੇ ਨਹੀਂ, ਦੁਨੀਆ ਦੇ ਵਿੱਚ ਬਹੁਤ ਨੇ ਜਿਹੜੀ ਸਾਡੀ ਸੋਚ ਵਾਂਗੂ ਹੋਣਗੇ। ਉਹਨਾਂ ਦਾ ਰੰਗ, ਨਸਲ, ਧਰਮ ਹੋਰ ਹੋ ਸਕਦਾ, ਮਨੁੱਖਤਾ ਦੀ ਸੋਚ ਉਹਨਾਂ ਦੀ ਜਿਹੜੀ ਹੈ ਇੱਕੋ ਜਿਹੀ ਹੋ। ਇਹ ਕਾਲਰ ਲੈ ਲਈਏ। ਸਰਾਰ ਸੰਧੂ ਗੱਲਬਾਤ ਕਰਨੀ ਚਾਹੁੰਦੇ ਨੇ। ਸਰਾਰ ਅਮਰਜੀਤ ਸਿੰਘ ਸੰਧੂ ਜੀ। ਹਾਂਜੀ, ਸਰਦਾਰ ਹਰਜੀਤ ਸਿੰਘ ਜੀ ਤੇ ਤੁਹਾਡੇ ਮਹਿਮਾਨ ਨੂੰ ਵੀ ਮੈਂ ਸਤਿ ਸ੍ਰੀ ਅਕਾਲ ਵੀ ਕਹਿਣਾ ਜੀ। ਸਤਿ ਤੇ ਸ੍ਰੀ ਨਾਲ ਮੈਂ ਜੀ ਦੀਵਾਲੀ ਦੀ ਬੰਦੀ ਛੋੜ ਦੀਆਂ ਲੱਖ ਵਧਾਈ ਆਪਣੇ ਵੱਲੋਂ, ਤੇ ਇੱਕ ਹੋਰ ਕੰਪਨੀ ਲੈਂਡਸਕੇਪਿੰਗ ਕੰਪਨੀ ਹਰਪ੍ਰੀਤ ਸਿੰਘ ਮੱਲੀ, ਉਹਨਾਂ ਦੇ ਸਾਰੇ ਗਰੁੱਪ ਵੱਲੋਂ ਲੱਖ ਵਧਾਈ। ਸੰਸਾਰ 'ਚ ਜਿੱਥੇ ਬੈਠਾ ਸਿੱਖ, ਉਹਨਾਂ ਨੂੰ ਵਧਾਈ ਦੇ ਰਹੇ ਹਾਂ ਜੀ। ਤੇ ਹਿੰਦੂ ਵੀਰਾਂ ਨੂੰ ਵੀ ਉਹਨਾਂ ਦੇ ਵੀ ਤਿਉਹਾਰ ਤੇ ਮੈਂ ਵਧਾਈ ਦਿੰਦਾ। ਮੈਂ ਇਹਦੇ ਵਿੱਚ ਇੱਕ ਗੱਲ ਐਡ ਕਰਨਾ ਚਾਹੁੰਦਾ ਹੋਰ। ਕਰੋ ਜੀ। ਭਾਈ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਦੱਸ ਰਹੇ ਨੇ
ਜੀ ਦੇਖੋ ਦੋ ਚੀਜ਼ਾਂ ਮੈਂ ਗੱਲ ਕਰਾਂਗਾ। ਇੱਕ ਪੰਜਾਬ ਦੇ ਵਿੱਚ ਦੇਖੋ ਜਿਹੜੇ ਇਹ ਜਿੱਦਾਂ ਹੁਣ ਆਪਾਂ ਇੱਥੇ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਨੇਟਿਵ ਲੋਕ ਨੇ ਉਹਨਾਂ ਨੂੰ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਗਈਆਂ। ਉਹੀ ਤਰੀਕਾ ਦੇਖੋ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਆਪਣੇ ਹਿੰਦੀ ਸਕੂਲ ਤੇ ਹਿੰਦੀ ਤੇ ਇੰਗਲਿਸ਼ ਪੜ੍ਹਾਈ ਜਾਂਦੀ ਹੈ, ਇਹ ਵੀ ਖਤਮ ਕਰਨ ਦਾ ਤਰੀਕਾ ਇੱਕ ਗੱਲ। ਦੂਜੀ ਗੱਲ, ਅੱਜ ਤੱਕ ਮੈਂ ਉੱਥੇ ਜਦੋਂ ਵੇਖਦਾ ਰਿਹਾ, ਉੱਥੇ ਵੀ ਰਹਿੰਦੇ ਰਹੇ ਹਾਂ, ਕਦੇ ਇਹ ਕਿਸੇ ਵੀ ਟੀਚਰ ਨੇ ਇਹ ਗੱਲ ਨਹੀਂ ਸੀ ਕਹੀ ਕਿ ਸਿੱਖਾਂ ਦਾ ਤਿਉਹਾਰ ਵੱਖਰਾ ਹੈ। ਇਹ ਹੈਗਾ ਕਿਉਂਕਿ ਅੱਜ ਦੇ ਦਿਨ ਸਾਡੇ ਗੁਰੂ ਸਾਹਿਬ ਵੀ ਉਹ ਜਿਹੜੇ 52 ਰਾਜਿਆਂ ਨੂੰ ਛੁਡਾ ਕੇ ਲੈ, ਕਦੇ ਵੀ ਨਹੀਂ ਦੱਸਿਆ ਤੇ ਕਦੇ ਵੀ ਅੱਜ ਨਹੀਂ ਦੱਸਦੇ ਪਏ। ਤੇ ਤੁਸੀਂ ਜਿੰਨੀਆਂ ਵੀ ਬਾਹਰਲੀਆਂ ਸਟੇਟਾਂ ਵੇਖ ਲਓ, ਉੱਥੇ ਕਦੇ ਵੀ ਨਹੀਂ ਗੱਲ 1% ਵੀ ਇਹ ਗੱਲ ਕੀਤੀ ਜਾਂਦੀ। ਇਹ ਚਾਲਾਂ ਨਹੀਂ ਤੇ ਹੋਰ ਕੀ ਹੈਗੀਆਂ? ਇਹ ਚਾਲਾਂ ਹੀ ਨੇ ਸਿੱਖ ਕੌਮ ਨੂੰ ਖਤਮ ਕਰਨ ਦੀਆਂ। ਸੋ ਇਹਨਾਂ ਤੋਂ ਸਾਨੂੰ ਸੁਚੇਤ ਹੋਣਾ ਚਾਹੀਦਾ ਕਿ ਸਾਨੂੰ ਸਭ ਤੋਂ ਪਹਿਲਾਂ ਤੇ ਇਹ ਹਰੇਕ ਨੂੰ ਦੱਸਣਾ ਚਾਹੀਦਾ ਕਿ ਅੱਜ ਦੇ ਟਾਈਮ ਦੇ ਸਾਡੇ ਗੁਰੂ ਸਾਹਿਬ ਜੋ ਵੀ ਆਵੇ ਉਹ ਆਪਣੇ ਆਏ। ਦੇਖੋ ਗਵਾਲੀਅਰ ਦੇ ਕਿਲੇ ਤੋਂ। ਦੂਜੀ ਗੱਲ ਇਹ ਹੈਗੀ ਆ ਵੀ ਮੈਂ ਕਈਆਂ ਨੂੰ ਫੋਨ ਕੀਤਾ ਤੇ ਉਹ ਸਿਰਫ ਗੱਲ, ਦੇਖੋ ਮੈਂ ਇਹ ਨਹੀਂ ਕਰਦਾ ਕਿ ਵੀ ਉਹਨਾਂ ਨਾਲ ਮੈਂ ਕੋਈ ਜ਼ਿਆਦਤੀ ਕਰ ਰਿਹਾ ਵਾਂ, ਸਿਰਫ ਰਾਮਚੰਦਰ ਜੀ ਦੇ ਦੱਸਦੇ ਨੇ ਸਾਡੇ ਵਿੱਚ। ਬੜੀ ਹੈਰਾਨਗੀ ਵਾਲੀ ਗੱਲ ਆ, ਉਹਨਾਂ ਨੂੰ ਵਧਾਈ ਦੇ ਰਿਹਾ ਮੈਂ, ਪਰ ਸਿੱਖਾਂ ਦਾ ਵੀ ਤਿਉਹਾਰ। ਇੱਕ ਗੱਲ ਸੰਧੂ ਸਾਹਿਬ, ਮੈਂ ਵਿਸ਼ਾ ਹੋਰ ਜਿਹੜਾ ਉਹ ਦੁਹਰਾ ਰਿਹਾ ਸੀ। ਆਪਾਂ ਇਸ ਤੇ ਗੱਲ ਫੇਰ ਕਰਾਂਗੇ ਵੀ ਤਿਉਹਾਰ ਕਿਵੇਂ ਮਨਾਉਣਾ ਹੈ, ਕਿਵੇਂ ਨਹੀਂ। ਗੱਲ ਮੈਂ ਹੋਂਦ ਦੀ ਅਸੀਂ ਕਰ ਰਹੇ ਹਾਂ, ਮੇਰੇ ਖਿਆਲ ਫੇਰ ਕਰਦੇ ਹਾਂ ਆਪਾਂ ਤੁਹਾਡੇ ਨਾਲ। ਅੱਛਾ ਬਾਈ ਜੀ, ਹੁਣ ਇਹ ਦੱਸਿਓ ਕਿ ਗੱਲਾਂ ਮੈਂ ਚਾਹੁੰਦਾ ਸੀ ਬਹੁਤ ਆਪਾਂ ਹੋਰ ਕਰਦੇ, ਪਰ ਮੈਨੂੰ ਹੁਣ ਆਪਾਂ ਮੁਹਿੰਮ ਦੀ ਗੱਲ ਕਰ ਲਈ ਸਪੈਸੀਫਿਕਲੀ ਵੀ ਖੂਨਦਾਨ ਕੈਂਪ ਜਿਹੜੇ ਨੇ ਇਹ ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ ਦੇ, ਇਹ ਕਿੱਥੇ ਕਿੱਥੇ ਤੇ ਆਉਣ ਵਾਲੇ ਦਿਨਾਂ 'ਚ ਕਿਵੇਂ ਲੱਗ ਰਹੇ ਨੇ? ਹਾਂਜੀ ਵੀਰ ਜੀ, ਨਵੰਬਰ ਦਾ ਮਹੀਨਾ ਇਹ ਕਹਿ ਲਓ ਵੀ ਸਿੱਖ ਕੌਮ ਲਈ ਇਹ ਨਸਲਕੁਸ਼ੀ ਨੂੰ ਸਮਰਪਿਤ ਜਿਹੜੀ ਕੈਂਪੇਨ ਚੱਲਦੀ ਆ ਉਹਦਾ ਮਹੀਨਾ ਜੀ। ਇਸ ਵਾਰੀ ਵੀ ਪਿਛਲੇ ਸਾਲਾਂ ਵਾਂਗੂ ਨਵੰਬਰ ਦਾ ਜਿਹੜਾ ਪਹਿਲਾ ਵੀਕਐਂਡ ਹੁੰਦਾ, ਯੂਜ਼ਲੀ ਆਪਣੀ ਜਿਹੜੀ ਕੈਂਪੇਨ ਆ ਉਹ ਸਟਾਰਟ ਹੋ ਜਾਂਦੀ ਆ। ਕਿਉਂਕਿ ਇਹ ਪੋਸੀਬਲ ਹੀ ਹੈ ਨਹੀਂ ਵੀ ਇੱਕ ਹਫ਼ਤਾ ਜਾਂ 2 ਹਫ਼ਤੇ ਦੇ ਵਿੱਚ ਪੂਰੇ ਮੁਲਕ ਭਰ ਵਿੱਚ ਇਹ ਕੈਂਪੇਨ ਹੋ ਸਕੇ। ਸੋ ਨਵੰਬਰ 6 ਤੋਂ ਚੱਲ ਕੇ ਪੂਰਾ ਨਵੰਬਰ ਹੀ ਇਹ ਕੈਂਪੇਨ ਚੱਲਣੀ ਹੈ, ਅਲੱਗ-ਅਲੱਗ ਸ਼ਹਿਰਾਂ 'ਚ ਅਲੱਗ-ਅਲੱਗ ਟਾਈਮ। ਪਰ ਜਿਹੜੀ ਸਰੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਾਂ ਜਿੱਥੇ ਈਵਨ ਵਿਕਟੋਰੀਆ, ਸਰੀ, ਕਲੋਨਾ, ਇਹ ਸਾਰੇ ਨਵੰਬਰ 6 ਨੂੰ ਆ ਇੱਥੋਂ ਸ਼ੁਰੂ ਹੋਣੀ ਆ। ਉਦੋਂ ਬਾਅਦ ਫਿਰ ਹਰੇਕ ਵੀਕ ਆਉਂਦੇ ਵੀਕ, ਜਿਵੇਂ ਉਦੋਂ ਬਾਅਦ ਨੈਕਸਟ ਵੈਨਕੂਵਰ ਹੋ ਜਾਣੀਆਂ, ਐਵਸਪੋਰਟ ਹੋ ਜਾਣੀਆਂ, ਬਰੈਂਪਟਨ, ਓਟਵਾ ਤੱਕ ਇਹ ਸਾਰੇ ਸ਼ਹਿਰਾਂ ਦੇ ਵਿੱਚ ਨਵੰਬਰ ਦੇ ਵਿੱਚ ਹੋਣੀ ਹੈ ਕੈਂਪੇਨ ਜੀ। ਸਰੀ ਦੇ ਵਿੱਚ ਆਪਣੇ ਕੋਲ 6 ਤੇ 7 2 ਦਿਨ ਆ, ਜਿਹੜਾ PM ਸਕੂਲ ਪ੍ਰਿੰਸੈਸ ਮਾਰਗਰੇਟ 72 ਤੇ 128 ਤੇ ਆ। ਅੱਛਾ ਜੀ, ਉੱਥੇ ਲੱਗ ਰਹੀ ਆ। ਸ਼ਨੀਚਰਵਾਰ ਤੇ ਐਤਵਾਰ 2 ਦਿਨ ਆ। ਉਹਦੀ ਆਪਾਂ ਫਰਦਰ ਜਾ ਕੇ ਵੀ ਕਿਵੇਂ ਅਪਾਇੰਟਮੈਂਟਾਂ ਬਣਾਉਣੀਆਂ ਜਦੋਂ ਆਪਾਂ ਉਹਦੀ ਡਿਟੇਲ ਡਿਸਕਸ ਕਰ ਲੈਂਦੇ ਹਾਂ ਜੀ। ਅੱਛਾ, ਉਹਨਾਂ ਦੇ ਜਿਹੜੇ ਇੱਕ ਆਪਾਂ ਫਾਰਮ ਭਰਦੇ ਹੁੰਦੇ ਸੀ, ਕੁਐਸਚਨ ਬਹੁਤ ਹੁੰਦੇ ਸੀ, ਕੁਐਸਚਨੀਅਰ ਇੱਕ ਕਾਫੀ ਵੱਡਾ ਸੀ, ਉਹਦੇ 'ਚ ਕੁਛ ਚੇਂਜਸ ਹੋਈਆਂ ਅੱਗੇ ਨਾਲੋਂ? ਹਾਂਜੀ, 2-3 ਚੀਜ਼ਾਂ ਹੈਗੀਆਂ ਜਿਹੜੀਆਂ ਡੋਨਰ ਵੀਰ ਭੈਣ ਜਿਹੜੇ ਤਾਂ ਰੈਗੂਲਰ ਪਿਛਲੇ ਸਾਲਾਂ 'ਚ ਜਾ ਰਹੇ ਆ ਉਹਨਾਂ ਨੂੰ ਤਾਂ ਕਾਫੀ ਪਤਾ ਹੋਊ, ਕੋਵਿਡ ਕਰਕੇ ਜਿਹੜੀਆਂ ਚੇਂਜਸ ਆਈਆਂ। ਇੱਕ ਚੇਂਜ ਤਾਂ ਹੈਗੀ ਆ, ਉਹਨਾਂ ਨੇ ਕਾਫੀ ਚੀਜ਼ਾਂ ਆਨਲਾਈਨ ਹੀ ਕਰ ਦਿੱਤੀਆਂ। ਜਿਹੜਾ ਪਹਿਲੇ ਟਾਈਮਾਂ ਵਾਂਗੂ ਉੱਥੇ ਪੇਪਰ ਬੇਸ ਸੀਗਾ, ਕੁਐਸਚਨਰ ਫਿਲ ਕਰਨਾ, ਉਹ ਵੀ ਜੇ ਸੈਂਟਰ 'ਤੇ ਵੀ ਉਹ ਇੱਕ ਤਰੀਕੇ ਨਾਲ ਟੈਬਲੇਟ ਦੇ ਉੱਤੇ ਹੀ ਹੈਗਾ, ਆਨਲਾਈਨ ਹੀ ਆ। ਪਰ ਕੋਈ ਵੀ ਡੋਨਰ ਵੀਰ ਭੈਣ ਜਿਹਦੀ ਅਪਾਇੰਟਮੈਂਟ ਬਣੀ ਆ, ਉਦੋਂ ਪਹਿਲਾਂ ਹੀ ਉਹਨੂੰ ਉਹ ਸਾਰੀ ਐਲੀਜੀਬਿਲਿਟੀ ਚੈੱਕ ਜਿਹੜਾ ਕਹਿੰਦੇ ਹੁੰਦੇ ਆਪਾਂ ਵੀ ਕਿ ਤੁਹਾਨੂੰ ਆਹ ਤਾਂ ਨਹੀਂ ਹੈਗੀ, ਡੈਂਟਲ ਵਰਕ ਤਾਂ ਨਹੀਂ ਕਰਾਇਆ, ਉਹ ਜਿਹੜੀਆਂ ਸਾਰੀਆਂ ਐਲੀਜੀਬਿਲਿਟੀ ਵਗੈਰਾ ਚੀਜ਼ ਹੁੰਦੀ ਆ, ਉਹ ਬੜਾ ਸੌਖਾ ਹੋ ਗਿਆ। ਤੁਸੀਂ ਘਰੇ ਬੈਠੇ ਹੀ ਆਪਦੀ ਐਪ ਦੇ ਉੱਤੇ, ਆਪਦੇ ਕੰਪਿਊਟਰ ਦੇ ਉੱਤੇ ਜਦੋਂ ਤੁਸੀਂ ਅਪਾਇੰਟਮੈਂਟ ਬੁੱਕ ਕਰ ਲਈ, ਉਹ ਸਾਰਾ ਜਿਹੜਾ ਕੁਐਸਚਨੇਅਰ ਆ ਜਾਂ ਪ੍ਰੀ ਸਕਰੀਨਿੰਗ ਦੇ ਜਿਹੜੇ ਕੁਐਸਚਨ ਆ, ਤੁਸੀਂ ਉਹ ਘਰੋਂ ਹੀ ਕਰਕੇ ਚਲੇ ਜਾਣੇ ਆ। ਤੁਹਾਨੂੰ ਕੋਡ ਆ ਜਾਣਾ, ਹਾਂਜੀ, ਜਾ ਕੇ ਉੱਥੇ ਸਕੈਨ ਕਰਨਾ ਕੋਡ
ਤੇ ਤੁਹਾਨੂੰ ਅੰਦਰ ਜਿਹੜੇ ਕੁਝ ਚੀਜ਼ਾਂ ਬੜੀਆਂ ਇੰਪੋਰਟੈਂਟ ਆ ਉਹ ਨਰਸ ਨੇ ਸਟਿਲ ਪੁੱਛਣੀਆਂ ਤੋਂ, ਪਰ ਮੈਜੋਰਟੀ ਕੰਮ ਤੁਸੀਂ ਘਰੋਂ ਬੈਠੇ ਹੀ ਕਰਕੇ ਚਲੇ ਜਾਂਦੇ ਹੋ ਜੀ। ਸੋ ਇੱਕ ਆਪਾਂ ਸ਼ੁਰੂ ਦੇ ਵਿੱਚ ਜਦ ਇੱਕ ਵਾਰ ਦਾਨ ਖੂਨ ਕਰਨ ਲੱਗੇ, ਫਿਰ ਇਹ ਗੱਲ ਚੱਲੀ ਵੀ ਹਰ 2 ਮਹੀਨੇ ਬਾਅਦ ਖੂਨ ਦਾਨ ਤੁਸੀਂ ਕਰੋ। ਸੋ ਇਸ ਤਰ੍ਹਾਂ ਦਾ ਕੋਈ ਰਜਿਸਟਰ ਜਿਹੜਾ ਹੈ, ਇਹ ਗੱਲ ਚੱਲ ਰਹੀ ਹੈ ਵੀ ਲਗਾਤਾਰ ਲੋਕ ਇਸ ਕੈਂਪੇਨ 'ਚ? ਬਿਲਕੁਲ ਜੀ ਵੀਰ ਜੀ, ਜਾਣੀ ਇਹ ਆਪਾਂ ਨੂੰ ਮਾਣ ਵਾਲੀ ਵੀ ਗੱਲ ਆ ਸਾਰੀ ਕੌਮ ਨੂੰ। ਕਿਸੇ ਵੀ ਦਿਨ ਤੁਸੀਂ ਕਿਸੇ ਵੀ ਕਲੀਨਿਕ ਤੇ ਚਲੇ ਜਾਓ, ਤੁਹਾਨੂੰ ਕੁਛ ਨਾ ਕੁਛ ਵੀਰ ਭੈਣ ਉੱਥੇ ਮਿਲਣਗੇ। 1,60,000 ਜਿਹੜੀਆਂ ਲਾਈਵਸ ਉਹਦੀ ਬਦੌਲਤ ਹੀ ਸੇਵ ਹੋਈਆਂ। ਉਹਦੇ ਵਿੱਚ 2 ਚੀਜ਼ਾਂ ਮੋਟੇ ਤੌਰ ਤੇ ਜਿਹੜੀਆਂ ਜਿਹਨੂੰ ਕਹਿ ਲਓ ਵੀ ਕੌਮ ਦੇ ਉਸ ਹਲਾਰੇ ਨੂੰ ਰੈਕੋਗਨਾਈਜੇਸ਼ਨ ਦੇ ਤੌਰ ਤੇ ਆਪਾਂ ਕਹਿ ਸਕਦੇ ਹਾਂ, ਉਹ ਇਹ ਵੀ ਜਿਹੜਾ ਸਿੱਖ ਕੌਮ ਨੇ ਜਿਹੜਾ ਜਦੋਂ ਦਾ ਇਹ ਉਪਰਾਲਾ ਸ਼ੁਰੂ ਕੀਤਾ, ਕੈਨੇਡੀਅਨ ਬਲੱਡ ਸਰਵਿਸ ਦਾ ਇੱਕ ਪ੍ਰੋਗਰਾਮ ਸੀ ਪਾਰਟਨਰ ਫਾਰ ਲਾਈਫ, ਵੀ ਕੋਈ ਵੀ ਇੰਡੀਵਿਜੂਅਲਸ ਜਾਂ ਕੋਈ ਵੀ ਗਰੁੱਪ ਆਫ ਇੰਡੀਵਿਜੂਅਲਸ ਇਕੱਠੇ ਹੋ ਕੇ ਬੰਦੇ ਜਦੋਂ ਬਲੱਡ ਦਾਨ ਕਰਦੇ ਆ, ਉਹ ਇੱਕ ਤਰੀਕੇ ਨਾਲ ਲਾਈਫ ਪਾਰਟਨਰ ਫਾਰ ਲਾਈਫ ਬਣ ਜਾਂਦੇ ਆ, ਭਾਵ ਕਿ ਜ਼ਿੰਦਗੀਆਂ ਬਚਾਉਣ ਦੇ ਪਾਰਟਨਰ ਦੇ ਵਿੱਚ ਆ ਗਏ ਕੈਨੇਡੀਅਨ ਬਲੱਡ ਸਰਵਿਸ ਦੇ ਨਾਲ। ਉਹਦੇ ਲਈ ਉਹਨਾਂ ਨੂੰ ਕੋਈ ਨਾ ਕੋਈ ਇੱਕ ਆਈਡੀ ਅਸਾਈਨ ਹੋ ਜਾਂਦੀ ਸੀ, ਜਿਵੇਂ ਆਪਾਂ ਸਾਰੀ ਸਿੱਖ ਕੌਮ ਨੂੰ ਆਪਾਂ ਹਮੇਸ਼ਾ ਪਿਛਲੇ ਪ੍ਰੋਗਰਾਮਾਂ 'ਤੇ ਗੱਲ ਕਰਦੇ ਰਹਿੰਦੇ ਆ ਜੀ, ਆ ਆਪਣਾ ਸਿੱਖ ਨੇਸ਼ਨ ਦਾ ਨੰਬਰ ਹੈਗਾ। ਉਹ ਇੱਕ ਸਟੈਪ ਹੋਰ ਉੱਤੇ ਚਲਾ ਗਿਆ, ਕਿਉਂਕਿ ਨੈਸ਼ਨਲ ਲੈਵਲ ਤੇ ਕੈਂਪੇਨ ਹੋ ਗਈ। ਅੱਗੇ ਆਪਾਂ BC ਦਾ ਨੰਬਰ ਦੱਸਦੇ ਹੁੰਦੇ ਸੀ, ਸਿੱਖ 002719 ਵੀ ਇਹ ਜਾ ਕੇ ਦੱਸਿਓ ਤਾਂ ਕਿ ਤੁਹਾਡੀ ਡੋਨੇਸ਼ਨ ਜਿਹੜੀ ਕੈਂਪੇਨ ਦੀ ਡੋਨੇਸ਼ਨਾਂ ਦੇ ਵਿੱਚ ਕਾਊਂਟ ਹੋ ਜਾਵੇ ਜੀ। ਹੁਣ ਗੱਲ ਉਦੋਂ ਕਿਤੇ ਅੱਗੇ ਪਹੁੰਚ ਗਈ ਆ। ਹੁਣ ਸਿਰਫ ਸਿੱਖ ਨੇਸ਼ਨ, ਕੋਈ BC ਅਲੱਗ ਨਹੀਂ, ਕੋਈ ਅਲਬਰਟਾ ਅਲੱਗ ਨਹੀਂ, ਕੋਈ ਇੰਟਾਰੀਓ ਅਲੱਗ ਨਹੀਂ। ਤੁਸੀਂ ਜਦੋਂ ਹੀ ਆਪਦੇ ਆਪ ਨੂੰ ਜਦੋਂ ਆਨਲਾਈਨ ਰਜਿਸਟਰਡ ਕਰਦੇ ਹੋ, ਤੁਸੀਂ ਸਿਰਫ ਸਿੱਖ ਨੇਸ਼ਨ ਟਾਈਪ ਕਰੋ, ਕੋਈ ਨੰਬਰ ਯਾਦ ਰੱਖਣ ਦੀ ਲੋੜ ਨਹੀਂ। ਉੱਥੇ ਤੁਹਾਡੇ ਸਾਹਮਣੇ ਆ ਜਾਂਦਾ ਵੀ ਕੀ ਤੁਸੀਂ ਸਿੱਖ ਨੇਸ਼ਨ ਦੇ ਬਿਹਾਫ ਤੇ, ਸਿੱਖ ਕੌਮ ਦੇ ਬਿਹਾਫ ਤੇ ਖੂਨਦਾਨ ਕਰਨਾ। ਉਹ ਤੁਹਾਡਾ ਆਟੋਮੈਟਿਕਲੀ ਲਿੰਕ ਹੋ ਜਾਂਦੇ ਹੋ ਤੁਸੀਂ। ਸਾਲ ਵਿੱਚ ਜਿਹੜਾ ਤੁਹਾਡਾ ਕੁਐਸਚਨ ਸੀਗਾ, ਜੇ ਕਿਸੇ ਕਾਰਨ ਕਰਕੇ ਹੁਣ ਲੈਸੇ ਕੋਈ ਵੀ ਟਰੱਕਰ ਵੀਰ ਆ ਲੌਂਗ ਹਾਲ ਤੇ ਚੱਲਦਾ, ਉਹ ਨਹੀਂ ਹੈਗਾ 6-7 ਨੂੰ ਇੱਥੇ, ਉਹਨੇ ਮੁੜ ਕੇ ਆ ਕੇ ਬਾਅਦ ਚ ਲੇਟਰ ਆਨ ਕਰਨਾ, ਕੋਈ ਫਰਕ ਨਹੀਂ ਪੈਂਦਾ। ਉਹ ਸਿੱਖ ਨੇਸ਼ਨ ਦਾ ਨਾਲ ਉਹਨੇ ਅਸਾਈਨ ਕੀਤਾ ਹੋਇਆ ਵਾ। ਜਦੋਂ ਵੀ ਆ ਕੇ ਉਹਨੇ ਬਲੱਡ ਡੋਨੇਟ ਕਰਤਾ, ਉਹ ਉਸੇ ਕੈਂਪੇਨ ਦੇ ਵਿੱਚ ਆ ਜਾਣਾ। ਈਵਨ ਉਹਨੇ ਕਿਤੇ ਉਹਨੂੰ ਲੱਗਿਆ ਵੀ ਨਹੀਂ ਮੈਂ ਤਾਂ ਟੋਰਾਂਟੋ, ਮੈਂ ਤਾਂ ਇੱਥੇ ਹੀ ਕਰ ਦਿੰਦਾ, ਉਹ ਉੱਥੇ ਕਰ ਦੇਵੇ, ਇੱਕੋ ਹੀ ਗੱਲ ਆ, ਕੋਈ ਫਰਕ ਨਹੀਂ ਹੈਗਾ। ਨੈਸ਼ਨਲ ਲੈਵਲ ਤੇ ਸਿੱਖ ਕੌਮ ਬਸ, ਹੋਰ ਕੋਈ ਵਿੱਚ ਨਿੱਕੀਆਂ ਮੋਟੀਆਂ ਕੋਈ ਹੈ ਨਹੀਂ। ਤੇ ਪੂਰੇ ਕੈਨੇਡਾ ਦੇ ਲੈਵਲ ਤੇ, ਕਿਉਂਕਿ ਇਸ ਵੇਲੇ ਕੈਨੇਡਾ ਦੀ ਸਭ ਤੋਂ ਵੱਡੀ ਲਾਈਫ ਸੇਵਿੰਗ ਮੁਹਿੰਮ ਹੈ ਇਹ ਕੈਨੇਡਾ ਦੀ, ਵੈਰੀ ਗੁੱਡ। ਤੇ ਜਿਹਦੇ ਕਰਕੇ ਇਹਨੂੰ ਨੈਸ਼ਨਲ ਪਾਰਟਨਰ ਫਾਰ ਲਾਈਫ ਦਾ ਨਾਮ ਵੀ ਉਹ ਦਿੰਦੇ ਆ। 1,60,000 ਜਾਨਾਂ ਬਚੀਆਂ ਇਹਦੇ ਨਾਲ। ਇਹ ਜਿਹੜਾ ਤਬਕਾ ਨਾੜੀਆਂ 'ਚ ਵੀਰਾਂ ਭੈਣਾਂ ਨੇ ਸੂਈਆਂ ਲਵਾ ਕੇ ਆਪਦਾ ਬਲੱਡ ਦੇ ਕੇ ਤੇ ਉਸ ਟਾਇਰੈਂਟ ਨੂੰ ਚੈਲੰਜ ਕਰਦੇ ਹੋਏ ਆਪਦੇ ਕੌਮ ਦੇ ਦਰਦ ਨੂੰ ਮਨਾਂ 'ਚ ਲੈ ਕੇ ਕੀਤਾ, ਉਹਦੇ ਨਤੀਜੇ ਆ ਵੀਰ ਜੀ। ਤੇ ਅਖੀਰ 'ਚ ਕੰਟੈਕਟ ਕੋਈ ਨੰਬਰ, ਵੈਬਸਾਈਟ ਜਿੱਥੇ ਕੋਈ ਵਲੰਟੀਅਰ ਵੀ ਨਾਲ ਆਉਣਾ ਚਾਹੇ, ਕੰਮ ਕਰਨਾ ਚਾਹੇ ਤਾਂ ਪਲੀਜ਼ ਦੱਸੋ। ਹਾਂਜੀ, ਕਿਉਂਕਿ ਹੁਣ ਕੋਵਿਡ ਦੇ ਕਰਕੇ ਹਰਜੀਤ ਸਿੰਘ, ਅੱਗੇ ਵਾਂਗੂ ਜਿਵੇਂ ਪਹਿਲਾਂ ਆਪਾਂ ਵਾਕ ਇਨ ਕਰਦੇ ਹੁੰਦੇ ਸੀ ਲਾਈਨਾਂ ਲਾ ਕੇ, ਉਹ ਪੋਸੀਬਲ ਨਹੀਂ ਹੈਗਾ ਸਾਰੇ ਹੈਲਥ ਪ੍ਰੋਟੋਕਾਲ ਕਰਕੇ। ਹੁਣ 6 ਤੇ 7 ਨੂੰ ਜਾਂ ਈਵਨ ਉਦੋਂ ਬਾਅਦ ਵੀ ਕਿਸੇ ਨੇ ਵੀ ਡੋਨੇਟ ਕਰਨਾ, ਉਹਨੂੰ ਅਪੁਆਇੰਟਮੈਂਟ ਬਣਾਉਣੀ ਪੈਣੀ ਆ। ਤੇ ਆਪਣੇ ਹੀ ਵਲੰਟੀਅਰ ਬੱਚੇ ਵੀਰ ਭੈਣ ਇਸ ਵੇਲੇ ਵੀ ਕੋਈ ਫੋਨ ਖੜਕਾ ਦਿਓ, ਉਹ ਨੰਬਰ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਿਆ, ਕੋਈ ਨਾ ਕੋਈ ਵਲੰਟੀਅਰ ਉਹਦੇ ਮੂਹਰੇ ਫੋਨ ਚੱਕੂਗਾ। ਵੈਰੀ ਗੁੱਡ। ਉਹਨਾਂ ਨੇ ਫੋਨ ਚੱਕ ਕੇ ਰਾਈਟ ਵੇ ਉਹਨਾਂ ਦੀ ਅਪੁਆਇੰਟਮੈਂਟ ਫਿਕਸ ਕਰਕੇ, ਉਹਨਾਂ ਨੂੰ ਦੱਸ ਕੇ ਵੀ ਇੰਨੇ ਇਸ ਡੇਟ ਨੂੰ ਪੁੱਛ ਕੇ ਤੁਸੀਂ ਸਰੀ ਆਉਣਾ ਚਾਹੁੰਦੇ ਹੋ, ਤੁਸੀਂ ਐਬਸਪੋਰਟ ਜਾਣਾ, ਤੁਸੀਂ ਵਿਕਟੋਰੀਆ ਆਉਣਾ, ਤੁਸੀਂ ਕਲੋਨੇ ਆਉਣਾ, ਕਿੱਥੇ ਕਰਨਾ ਤੁਸੀਂ ਦੱਸੋ, ਟਾਈਮ ਦੱਸੋ, ਉਹਦੇ ਅਕੋਰਡਿੰਗਲੀ ਉਹ ਅਪੁਆਇੰਟਮੈਂਟ ਬੁੱਕ ਕਰਕੇ ਉਹਨਾਂ ਨੂੰ ਕਨਫਰਮੇਸ਼ਨ ਦੇ ਦੇਣਗੇ। ਤੇ ਉਦੋਂ ਬਾਅਦ ਉਹਨਾਂ ਨੂੰ ਈਮੇਲ ਤੇ ਰਿਮਾਈਂਡਰ ਵੀ ਆ ਜਾਊਗਾ ਵੀ ਆਹ ਤੁਹਾਡੀ ਅਪੁਆਇੰਟਮੈਂਟ ਆ, ਇੰਨੇ ਵਜੇ ਤੁਸੀਂ ਪਹੁੰਚਣਾ ਉੱਥੇ, ਠੀਕ ਆ। ਇਹਦੇ ਲਈ ਸਾਰੇ ਵਲੰਟੀਅਰ ਦਿਨ ਰਾਤ ਲੱਗੇ ਹੋਏ ਆ, ਅਲੱਗ-ਅਲੱਗ ਟਾਈਮਾਂ ਤੇ। ਜਿਹੜੀ ਨਾਈਟ ਸ਼ਿਫਟ ਆ ਉਹ ਦਿਨੇ ਆ ਕੇ ਡਿਊਟੀ ਲੈ ਲੈਂਦਾ, ਜਿਹੜਾ ਦਿਨੇ ਕੰਮ ਕਰਦਾ ਉਹ ਈਵਨਿੰਗ ਤੇ ਡਿਊਟੀ ਲੈ ਲੈਂਦਾ। ਸਾਰੇ ਵਲੰਟੀਅਰ ਵੀਰ ਭੈਣ ਬੱਚੇ ਇਸ ਕੰਮ 'ਚ ਜੁਟੇ ਹੋਏ ਆ। ਨੰਬਰ ਇੱਕੋ ਹੀ ਆ, ਉਹ ਹੈਗਾ 604-369-1984 604-369
1984। ਇਸੇ ਫੋਨ ਤੇ ਅਪਾਇੰਟਮੈਂਟ ਬੁੱਕ ਕਰਨੀ ਹੈ, ਤੁਸੀਂ ਫੋਨ ਕਰ ਲਓ। ਜੇ ਕੋਈ ਕੁਐਸਚਨ ਵੀ ਹੈਗਾ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ। ਤੇ ਬੇਨਤੀ ਇਹੀ ਆ, ਕਾਲ ਨਾ ਕਰੋ, ਅਪਾਇੰਟਮੈਂਟ ਬੁੱਕ ਕਰ ਲਓ ਤਾਂ ਕਿ ਤੁਸੀਂ 10 ਮਿੰਟ ਪਹਿਲਾਂ ਆਓ, ਬਲੱਡ ਡੋਨੇਟ ਕਰੋ। ਕੌਮ ਲਈ ਹਾਂ ਦਾ ਨਾਰਾ ਮਾਰਦੇ ਹੋਏ, ਇਸ ਦਿਨ 'ਚ ਜ਼ਿੰਦਗੀਆਂ ਬਚਾਉਂਦੇ ਹੋਏ ਆਪਾਂ ਗੁਰੂ ਲਈ ਸਖਾਲੇ ਹੋ ਕੇ ਨਿਬੜੀਏ। ਸੋ ਵਾਕ-ਇਨ ਹੈ ਨਹੀਂ PM ਦੇ ਵਿੱਚ ਵੀ, ਅਪਾਇੰਟਮੈਂਟ ਬੇਸ। 604 369 1984 604 369 1984। ਬਾਈ ਜੀ ਧੰਨਵਾਦ ਫੇਰ। ਧੰਨਵਾਦ ਤੁਹਾਡਾ ਹਰਜੀਤ ਸਿੰਘ। ਚੜ੍ਹਦੀ ਕਲਾ 'ਚ ਤੇ ਮੁਹਿੰਮ ਚੱਲਦੀ ਰਹੇ। ਗੁਰੂ ਪਾਤਸ਼ਾਹ ਦੀ ਮੁਹਿੰਮ ਹੈ, ਚੱਲਦੀ ਰਹੂਗੀ, ਰੁਕਣੀਆਂ ਨਹੀਂ ਹੈਗੀਆਂ। ਸ਼ੁਭ ਸ਼ਾਮਾਂ। ਸਰਦਾਰ ਸੁਖਦੀਪ ਸਿੰਘ ਗੱਲਬਾਤ ਕਰ ਰਹੇ ਸੀ। ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ 604 369 1984 ਤੇ ਤੁਸੀਂ ਅਪਾਇੰਟਮੈਂਟ ਬਣਾਉਣੀ ਹੈ। PM ਸਕੂਲ ਦੇ ਵਿੱਚ ਇਸ ਵੀਕਐਂਡ ਤੇ ਪਰਸੋਂ ਤੇ ਚੌਥੇ ਸੈਟਰਡੇ ਤੇ ਸੰਡੇ, ਪਰ ਅਪਾਇੰਟਮੈਂਟ ਬਣਾ ਕੇ 604 369 1984 ਫਿਰ ਵੀ ਸੁਨੇਹਾ ਦਿੰਦੇ ਰਹਾਂਗੇ, ਕੱਲ੍ਹ ਨੂੰ ਵੀ ਤੇ ਅਗਲੇ ਹਫਤੇ ਵੀ। ਹੁਣੇ ਵਾਪਸ ਆਉਣਾ। ਕੌਮ ਦੀਆਂ ਮੁਹਿੰਮਾਂ ਜਿਹੜੀਆਂ ਉਹਨਾਂ ਦੇ ਵਿੱਚ ਮਨੁੱਖਤਾ ਤੇ ਸਰਬੱਤ ਦੇ ਭਲੇ ਦੇ ਸੰਕਲਪ ਦੇ ਲਈ ਸਾਨੂੰ ਸ਼ਾਮਲ ਹੋਣਾ ਚਾਹੀਦਾ ਹੈ। ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ 604 369 1984। ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਤੇ ਕੱਲ੍ਹ ਨੂੰ ਮੁੜਦਿਆਂ ਫੇਰ ਰੱਬ ਰਾਖਾ।